हाँ जी। श्लोक पहला तीजा। मन का झूठा झूठ कमावे, माया नूं फिरै तपा सदावे। भरमे भूला सब तीर्थ कहै, वो तपा कैसे परम गत लहै। गुर प्रसादी वो सच कमावे, नानक सो तपा अंतर पावै। हाँ जी, ਆਪਾਂ ਤੁਹਾਨੂੰ याद होएगा गुरु रामदास सच्चे पातशाह जी की उच्चारण की हुई गौड़ी की वार। गौड़ी राग ਵਿੱਚ दो ਵਾਰਾਂ ਸੀ। ਜਿਹੜੀ ਪਹਿਲੀ ਵਾਰ ਗੁਰੂ ਰਾਮਦਾਸ ਜੀ ਵਾਲੀ ਆ ਉਹਦੇ 'ਚ ਆਪਾਂ ਗੁਰੂ ਰਾਮਦਾਸ ਜੀ ਦੇ ਮੁਖਾਰਬਿੰਦ ਤੋਂ ਇੱਕ ਸ਼ਲੋਕ ਦਾ ਪਾਠ ਦਰਸ਼ਨ ਕੀਤਾ ਸੀ। ਤਪਾ न ਹੋਵੇ ਅੰਦਰੋਂ ਲੋਭੀ, ਨਿਤ ਮਾਇਆ ਨੂੰ ਫਿਰੈ ਜਜਮਾਲਿਆ। ਅੱਗੋਂ ਦੇ ਸੱਦਿਆਂ ਸੱਤੈ ਦੀ ਭਿਖਿਆ ਲੈ ਨਾਹੀਂ, ਪਿੱਛੋਂ ਦੇ ਪਛਤਾਏ ਕਹਿ ਤਪੈ ਆਣ ਪੁੱਤ ਵਿੱਚ ਬਹਾ ਲਿਆ। ਸੋ ਸਤਿਗੁਰੂ ਜੀ ਨੇ, ਧੰਨ ਗੁਰੂ ਅਮਰਦਾਸ ਜੀ ਨੇ ਅੱਜ ਇੱਥੇ ਤਪੇ ਦਾ ਜ਼ਿਕਰ ਫੇਰ ਕੀਤਾ। ਤਪਾ ਇੱਕ ਧਾਰਮਿਕ ਵਿਅਕਤੀ ਹੈ, ਤਪ ਕਰਨ ਵਾਲਾ ਵਿਅਕਤੀ ਹੈ, ਧਾਰਮਿਕ ਮੰਨਿਆ ਜਾਂਦਾ ਹੈ। ਉਹਦਾ ਲਿਬਾਸ ਧਾਰਮਿਕ ਹੈ, ਉਹਦਾ ਬਹਿਣਾ ਖਲੋਣਾ ਧਾਰਮਿਕ ਹੈ, ਔਰ ਆਪਣੇ ਆਪ ਨੂੰ ਉਹ ਬਾਹਰੋਂ ਪੂਰੀ ਤਰ੍ਹਾਂ ਧਾਰਮਿਕ ਅਖਵਾ ਰਿਹਾ, ਧਾਰਮਿਕ ਮੰਨ ਰਿਹਾ, ਸਭ ਕੁਛ ਧਰਮ 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 ਕਰ ਰਿਹਾ। ਸਤਿਗੁਰੂ ਜੀ ਨੇ ਅੱਜ ਦੇ ਸ਼ਲੋਕ ਦੇ ਰਾਹੀਂ ਸ਼ੁਰੂਆਤ ਹੀ ਇੱਥੋਂ ਕੀਤੀ। ਮਨ ਕਾ ਝੂਠਾ, ਬਾਹਰੋਂ ਤੇ ਤਪਾਇਆ, ਲਿਬਾਸ ਵੀ ਠੀਕ ਆ, ਉਹਦੀ ਦਿੱਖ, ਉਹਦਾ ਬੋਲ ਚਾਲ, ਉਹਦਾ ਬੈਠਣਾ ਉੱਠਣਾ, ਉਹਦੀ ਗੱਲਬਾਤ ਸਾਰੀ ਉਸੇ ਤਰੀਕੇ ਨਾਲ ਹੀ ਹੈ, ਕਿਉਂਕਿ ਉਹ ਤਪਾ ਆ। ਲੋਕ ਉਹਨੂੰ ਤਪਾ ਮੰਨਦੇ ਆ, ਉਹ ਤਪਾ ਅਖਵਾਉਂਦਾ ਆ। ਹੁਣ ਤਪਾ ਐਵੇਂ ਤਾਂ ਨਹੀਂ ਨਾਲ ਜੁੜਿਆ ਹੋਏਗਾ, ਉਹਨੇ ਕੋਈ ਤਪ ਤਪੱਸਿਆ ਕੁਛ ਐਸਾ ਕੀਤਾ ਆ ਜਿਹਦੇ ਨਾਲ ਜਿਹਦਾ ਕਰਕੇ ਉਹਨੂੰ ਤਪਾ ਕਿਹਾ ਜਾ ਰਿਹਾ। ਮਹਾਰਾਜ ਕਹਿੰਦੇ ਮਨ ਕਾ ਝੂਠਾ, ਮਨ ਦਾ ਝੂਠਾ ਆ। ਝੂਠ ਕਮਾਵੇ, ਕਮਾਉਂਦਾ ਵੀ ਝੂਠ ਆ। ਮਾਇਆ ਨੂੰ ਫਿਰੈ, ਮਾਇਆ ਲਈ ਤੁਰਿਆ ਫਿਰਦਾ ਆ। ਮਾਇਆ ਦਾ ਅਰਥ ਫਿਰ ਇੱਕ ਵਾਰੀ ਚੇਤਾ ਰੱਖਿਓ, ਮਾਇਆ ਦਾ ਅਰਥ ਸਿਰਫ ਨੋਟ ਨਹੀਂ, ਮਾਇਆ ਦਾ ਅਰਥ ਇਹ ਮਾਇਆ ਜਿਤ ਹਰ ਵਿਸਰੈ। ਉਹ ਹਰ ਬੁਰਾਈ, ਉਹ ਹਰ ਔਗਣ, ਉਹ ਹਰ ਗਲਤ ਚੀਜ਼, ਉਹ ਹਰ ਗਲਤ ਕੰਮ ਜਿਹਦੇ ਰਾਹੀਂ ਅਸੀਂ ਸੱਚੇ ਸਾਹਿਬ ਤੋਂ ਦੂਰ ਹੁੰਦੇ ਹਾਂ। ਮਾਇਆ ਨੂੰ ਫਿਰੈ ਤਪਾ ਸਦਾਵੇ, ਭਟਕ ਰਿਹਾ ਬੁਰਾਈ ਲਈ, ਔਗਣਾਂ ਲਈ, ਤੇ ਸਦਾ ਰਿਹਾ ਤਪਾ। ਤਪਾ ਅਖਵਾ ਰਿਹਾ। ਭਰਮੇ ਭੂਲਾ ਸਭ ਤੀਰਥ ਗਹਿ, ਭਰਮ ਦਾ ਮਾਰਿਆ ਹੋਇਆ ਆ, ਭੁਲੇਖਿਆਂ ਦਾ ਮਾਰਿਆ ਹੋਇਆ। ਸਭ ਤੀਰਥ ਗਹਿ, ਸਾਰੇ ਤੀਰਥਾਂ ਤੇ ਜਾ ਰਿਹਾ। ਕੋਈ ਤੀਰਥ ਨਹੀਂ ਛੱਡਦਾ, ਔਖਾ ਹੋ ਕੇ ਵੀ ਉਹਨਾਂ ਤੀਰਥਾਂ ਤੇ ਜਾ ਰਿਹਾ। ਉਹ ਤਪਾ ਕੈਸੇ ਮੋਖ ਅੰਤਰ ਲਹੈ, ਉਹ ਤਪਾ ਕੈਸੇ ਪਰਮਗਤ ਲਹੈ। ਉਹ ਤਪਾ ਪਰਮਗਤ ਉੱਚੀ ਅਵਸਥਾ ਕਿਵੇਂ ਲੈ ਸਕਦਾ, ਕਿਵੇਂ ਪ੍ਰਾਪਤ ਕਰ ਸਕਦਾ, ਇਹਨੂੰ ਉੱਚੀ ਅਵਸਥਾ ਕਿਵੇਂ ਪ੍ਰਾਪਤ ਹੋ ਸਕਦੀ। ਤੀਰਥਾਂ ਤੇ ਵੀ ਜਾ ਰਿਹਾ, ਉਹ ਤਪਾ ਸਦਵਾ ਵੀ ਰਿਹਾ, ਪਰ ਕਿਉਂਕਿ ਸਤਿਗੁਰੂ ਨੇ ਉਹਦੀ ਜੜ ਫੜੀ, ਆਖਣ ਲੱਗੇ ਮਨ ਕਾ ਝੂਠਾ। ਮਨ ਦਾ ਝੂਠਾ ਆ ਨਾ, ਤਾਂ ਕਰਕੇ ਜਦੋਂ ਮਨ ਕੁਝ ਹੋਰ ਕਰ ਰਿਹਾ ਤਾਂ ਬਾਹਰਲੀ ਕਿਰਿਆ ਸਾਡੀ ਜਿਹੜੀ ਆ ਉਹ ਕਿਸੇ ਵੀ ਅਰਥ ਨਹੀਂ ਲੱਗਦੀ। ਫਿਰ ਮਹਾਰਾਜ ਨੇ ਉਹਦਾ ਦੂਜਾ ਪਾਸਾ ਦਿੱਤਾ, ਆਖਣ ਲੱਗੇ ਗੁਰ ਪ੍ਰਸਾਦੀ ਕੋ ਸੱਚ ਕਮਾਵੇ, ਨਾਨਕ ਸੋ ਤਪਾ ਮੋਖ ਅੰਤਰ ਪਾਵੇ। ਉਹੋ ਹੀ ਤਪਾ ਮੋਖ ਅੰਤਰ ਪਾ ਸਕਦਾ ਆ, ਉਹ ਤਪਾ ਪਰਮ ਗਤੀ ਨੂੰ ਪ੍ਰਾਪਤ ਹੋ ਸਕਦਾ ਆ, ਜਿਹੜਾ ਤਪਾ ਸੱਚ ਕਮਾਉਂਦਾ ਗੁਰੂ ਦੀ ਕਿਰਪਾ ਨਾਲ, ਗੁਰੂ ਦੀ ਕਿਰਪਾ ਨਾਲ। ਔਰ ਇੱਕ ਗੱਲ ਹੋਰ ਵੇਖੋ ਕਮਾਲ ਦੀ,
ਜਦੋਂ ਅਸੀਂ ਪੜ ਰਹੇ ਹਾਂ ਗੁਰ ਪ੍ਰਸਾਦੀ ਕੋ ਸੱਚ ਕਮਾਵੇ, ਸੱਚ ਕਮਾਵੇ ਦੀ ਗੱਲ ਤੇ ਹੈ, ਪਰ ਗੁਰ ਪ੍ਰਸਾਦੀ ਸ਼ਬਦ ਨਾਲ ਰੱਖਿਆ, ਕਿਉਂਕਿ ਹਰੇਕ ਥਾਂ ਜਿੱਥੇ ਵੀ ਜਿਹਦੇ ਨਾਲ ਵੀ ਗੱਲ ਕਰੋ ਹਰੇਕ ਹੀ ਕਹਿੰਦਾ ਇਹ ਸੱਚ ਆ, ਆ ਵੀ ਸੱਚ ਆ, ਆ ਵੀ ਸੱਚ ਆ। ਸੱਚ ਦੀ ਕੀ ਪਰਿਭਾਸ਼ਾ ਹੋਏਗੀ? ਤਾਂ ਮਹਾਰਾਜ ਨੇ ਪੂਰਾ ਦ੍ਰਿੜ ਫੈਸਲਾ ਦਿੱਤਾ, ਆਖਣ ਲੱਗੇ ਗੁਰ ਪ੍ਰਸਾਦੀ, ਸੱਚ ਉਹੋ ਹੀ ਆ ਜੋ ਗੁਰੂ ਦੇ ਰਾਹੀਂ ਮਿਲ ਰਿਹਾ। ਜੋ ਅਸੀਂ ਸੋਚ ਰਹੇ ਹਾਂ, ਜੋ ਅਸੀਂ ਮੰਨ ਰਹੇ ਹਾਂ, ਜੋ ਵੇਖ ਰਹੇ ਹਾਂ, ਹੋ ਸਕਦਾ ਉਹ ਸੱਚ ਨਾ ਹੋਵੇ, ਕਿਉਂਕਿ ਅਸੀਂ ਆਪਣੇ ਢੰਗ ਨਾਲ ਉਹਦੀ ਸੱਚ ਦੀ ਪਰਿਭਾਸ਼ਾ ਘੜ ਰਹੇ ਹਾਂ, ਆਪਣੇ ਹਿਸਾਬ ਨਾਲ ਸੱਚ ਦੀ ਪਰਿਭਾਸ਼ਾ ਨਿਸ਼ਚਿਤ ਕਰ ਰਹੇ ਹਾਂ। ਨਹੀਂ, ਸੱਚ ਉਹ ਆ ਜੋ ਗੁਰੂ ਕਹਿ ਰਿਹਾ, ਜੋ ਗੁਰੂ ਦੇ ਰਾਹੀਂ ਪ੍ਰਾਪਤ ਹੋ ਰਿਹਾ। ਤਾਂ ਇਹਦੇ ਨਾਲ ਹੀ ਦੂਜਾ ਸ਼ਲੋਕ ਮਹਾਰਾਜ ਨੇ ਤਪੇ ਦਾ ਦੂਜਾ ਪਾਸਾ, ਯਾਨੀ ਐਸੇ ਧਾਰਮਿਕ ਵਿਅਕਤੀ ਦਾ ਦੂਜਾ ਪਾਸਾ ਕਿ ਜੇ ਧਰਮੀ ਹੋਣਾ ਤਾਂ ਫਿਰ ਇਦਾਂ ਦਾ ਹੋਇਆ ਜਾਵੇ, ਜੇ ਧਰਮੀ ਬਾਹਰੋਂ ਦੇਖ ਹੈ ਲੇਕਿਨ ਅੰਦਰੋਂ ਮਨ ਦਾ ਝੂਠਾ ਆ, ਇਹ ਧਰਮੀ ਕਿਸੇ ਸਿਰੇ ਨਹੀਂ ਲੱਗੇਗਾ, ਇਹ ਕੁਝ ਨਹੀਂ ਸਵਰ ਸਕਦਾ, ਕੁਝ ਨਹੀਂ ਸਵਾਰ ਸਕਦਾ, ਇਹ ਜਿੱਦਾਂ ਦਾ ਹੈ ਇਹ ਝੂਠਾ ਆ, ਮਨ ਕਰਕੇ ਝੂਠਾ ਆ, ਇਹ ਝੂਠ ਹੀ ਕਮਾਉਂਦਾ ਰਹੇਗਾ, ਬਾਹਰੋਂ ਭਾਵੇਂ ਜ਼ੋਰ ਲਾਉਂਦਾ ਰਹੇ। ਫਿਰ ਉਹਦਾ ਦੂਜਾ ਪਾਸਾ ਵੀ ਧਰਮੀ ਜੇ ਹੋਣਾ ਹੈ, ਜੇ ਧਰਮੀ ਤੁਸੀਂ ਬਣਨਾ ਹੈ, ਸੱਚੀ ਤਪੇ ਬਣਨਾ ਹੈ, ਜੇ ਸੱਚੀ ਤਪ ਵਾਲੇ ਬਣਨਾ ਤਾਂ ਫਿਰ ਇਸ ਤਰੀਕੇ ਨਾਲ ਬਣਿਆ ਜਾ ਸਕਦਾ। ਮਹਾਰਾਜ ਨੇ ਉਹਦਾ ਦੂਜਾ ਪਾਸਾ ਵੀ ਸਾਨੂੰ ਦਿੱਤਾ। ਸੋ ਆਓ ਵੇਖਦੇ ਹਾਂ ਧਰਮੀ ਹੋਣ ਲਈ ਕੀ ਕੀ ਕਰਨਾ ਚਾਹੀਦਾ ਜੀ। ਮਹਿਲਾ ਤੀਜਾ ਸੋ ਤਪਾ ਜੇ ਇਹ ਤਪ ਕਾਲੇ। ਕਿਹੜਾ ਤਪ? ਸੋ ਤਪਾ ਜੇ ਇਹ ਤਪ ਕਾਲੇ, ਜੇ ਇਹ ਤਪ ਕਰੇ। ਕਿਹੜਾ ਤਪ? ਅੱਗੇ ਸੁਣੋ। ਸਤਿਗੁਰ ਨੂੰ ਮਿਲੈ ਸ਼ਬਦ ਸੰਭਾਲੇ। ਸਤਿਗੁਰ ਨੂੰ ਮਿਲੈ ਸ਼ਬਦ ਸੰਭਾਲੇ, ਆ ਤਪ ਕਰੇ। ਗੁਰਮਤ ਦੀ ਇਹ ਤਪੱਸਿਆ ਆ। ਧੂਣੀਆਂ ਤਪਾਉਣੀਆਂ, ਭੋਰਿਆਂ 'ਚ ਵੜ ਕੇ ਬੈਠਣਾ, ਇਹ ਗੁਰਮਤ ਦੀ ਤਪੱਸਿਆ ਨਹੀਂ। ਅੱਖਾਂ ਮੀਟ ਕੇ ਬਹਿ ਜਾਣਾ, ਇਹ ਗੁਰਮਤ ਦੀ ਤਪੱਸਿਆ ਨਹੀਂ। ਫਿਰ ਇੱਕ ਵਾਰੀ ਦੁਬਾਰਾ ਮੈਂ ਭਾਈ ਜੀ ਨੂੰ ਕਹਿੰਦਾ ਕਿ ਸ਼ਲੋਕ ਦੁਬਾਰਾ ਪੜ੍ਹ ਦਿੱਤਾ ਜਾਏ, ਤੁਸੀਂ ਧਿਆਨ ਨਾਲ ਗੌਰ ਨਾਲ ਦੇਖਿਓ। ਹਾਂਜੀ। ਮਹਿਲਾ ਤੀਜਾ ਸੋ ਤਪਾ ਜੇ ਇਹ ਤਪ ਕਾਲੇ। ਸਤਿਗੁਰ ਨੂੰ ਮਿਲੈ ਸ਼ਬਦ ਸੰਭਾਲੇ। ਸਤਿਗੁਰ ਕੀ ਸੇਵਾ ਇਹ ਤਪ ਪਰਵਾਨ। ਨਾਨਕ ਸੋ ਤਪਾ ਦਰਗਾ ਪਾਵੈ ਮਾਨ। ਸਤਿਗੁਰ ਕੀ ਸੇਵਾ ਇਹ ਤਪ ਪ੍ਰਵਾਨ, ਇਹ ਤਪ ਪ੍ਰਵਾਨ। ਗੁਰ ਕੀ ਸੇਵਾ ਸ਼ਬਦ ਵਿਚਾਰ, ਇਹ ਤਪ ਪ੍ਰਵਾਨ। ਗੁਰੂ ਦੀ ਸੇਵਾ ਇਹ ਤਪ ਪ੍ਰਵਾਨ, ਇਹ ਪ੍ਰਵਾਨ ਆ ਤਪ। ਕੱਲਾ ਬੰਦਾ ਧੂਣੀ ਤਪਾ ਕੇ ਅੱਗ ਬਾਲ ਕੇ ਉਹਦੇ ਨੇੜੇ ਬੈਠਾ ਤਪ ਕਰ ਰਿਹਾ। ਕੀ ਕਰ ਰਿਹਾ? ਤਪ ਕਰ ਰਿਹਾ, ਤਪੱਸਿਆ ਕਰ ਰਿਹਾ। ਹੱਦ ਹੋ ਗਈ। ਕਿੱਡੀ ਕਮਾਲ ਦੀ ਗੱਲ ਹੈ। ਅਸੀਂ ਬਾਣੀ ਵੀ ਪੜ੍ਹੀਏ, ਕੋਈ ਗੁਰਪੁਰਬ ਹੋਵੇ, ਕੋਈ ਪ੍ਰੋਗਰਾਮ ਹੋਵੇ, ਬੀਬੀਆਂ ਲੋਹ ਦੇ ਉੱਤੇ ਬੈਠੀਆਂ ਘੰਟਿਆਂ ਬੱਧੀ ਸੰਗਤ ਲਈ ਲੰਗਰ ਪਕਾ ਦਿੰਦੀਆਂ। ਕਿਸੇ ਨੂੰ ਕੁਝ ਮਿਲ ਰਿਹਾ ਨਾ ਅੱਗ ਦੇ ਨੇੜੇ ਬਹਿ ਕੇ, ਕਿਸੇ ਦੀ ਭੁੱਖ ਮਿਟੇਗੀ ਨਾ, ਕਿਸੇ ਨੂੰ ਕੁਝ ਪ੍ਰਾਪਤ ਹੋਏਗਾ ਨਾ। ਪਰ ਜਿਹੜਾ ਬੰਦਾ ਤਪ ਕਰ ਰਿਹਾ, ਅੱਗ ਬਾਲ ਕੇ ਧੂਣੀ ਦੇ ਨੇੜੇ ਚੌਂਕੜੀ ਮਾਰ ਕੇ ਅੱਖਾਂ ਮੀਟ ਕੇ ਬੈਠਾ, ਦੇਖ ਹੀ ਰਿਹਾ ਕਿਸੇ ਨੂੰ। ਇਕੱਲਾ ਆਪਣੇ ਅੰਗ ਸਾੜ ਰਿਹਾ ਹੈ, ਲੇਕਿਨ ਮਿਲ ਕੀ ਰਿਹਾ, ਨਾ ਆਪ ਨੂੰ ਨਾ ਕਿਸੇ ਹੋਰ ਨੂੰ। ਕੁਛ ਦੇਣ ਜੋਗਾ ਵੀ ਨਹੀਂ, ਕਿਸੇ ਨੂੰ ਕੁਛ ਸਮਝਾਉਣ ਜੋਗਾ ਵੀ ਨਹੀਂ। ਤਾਂ ਮਹਾਰਾਜ ਕਹਿੰਦੇ ਗੁਰੂ ਦੀ ਸੇਵਾ ਹੀ ਅਸਲ ਇਹ ਤਪ ਪ੍ਰਵਾਨ ਆ। ਗੁਰੂ ਦੇ ਸ਼ਬਦ ਦੀ ਸੰਭਾਲ ਕਰਨੀ, ਇਹ ਤਪਾ ਇਸ ਤਰ੍ਹਾਂ ਦੀ ਜ਼ਿੰਦਗੀ ਜੀਵੇ ਤੇ ਇਹ ਤਪਾ ਦਰਗਾਹ ਪਾਵੇ ਮਾਣ। ਦਰਗਾਹ ਅਕਾਲ ਪੁਰਖ ਜੀ ਦੇ ਦਰ ਤੇ ਵੀ ਮਾਣ ਪਾਉਣ ਜੋਗਾ ਹੁੰਦਾ ਆ। ਹਾਂਜੀ। ਪੌੜੀ ਰਾਤ ਦਿਨ ਸੋ ਪਾਇਨ ਸੰਸਾਰ ਕੀ ਵਰਤਨ। ਗੁਰਮਤਿ ਕਟ ਚਾਨਣ ਆਨੇਰ ਬਿਨਾਸਨ। ਹੁਕਮੇ ਹੀ ਸਭ ਸਾਜੀਅਨ ਰੰਗਿਆ ਸਭ ਵਣ ਤ੍ਰੇਣ। ਸਭ ਕਿਛ ਆਪੇ ਆਪ ਹੈ ਗੁਰਮੁਖ ਸਦਾ ਹਰ ਭਾਣ। ਸ਼ਬਦੇ ਹੀ ਸੋਜੀ ਪਈ ਸੱਚਾ ਆਪ ਬੁਝਾਈ। ਸੰਲੋਕ ਮਹਿਲਾ ਤੀਜਾ
अभ्यागत ए न आखियां न जिनके चित में भरम दिसदै दितै नानका ते हो जेहा धर्म अभय निरंजन परम पद ताका भूखा होए जिसका भोजन नानका बिरला पाए होए। ਹਾਂਜੀ ਪਾਠ ਬਿਲਕੁਲ ਠੀਕ ਇਸੇ ਤਰ੍ਹਾਂ ਹੀ ਰੱਖਿਆ ਜਾਏ। ਅਭੈ ਆਮ ਤੌਰ ਤੇ ਅਸੀਂ ਅਣਗਹਿਲੀ ਦੇ ਨਾਲ ਇਹਦਾ ਪਾਠ ਕਰਦੇ ਹਾਂ ਅਭੈ ਨਿਰੰਜਨ। ਅਭੈ ਭੈ ਤੋਂ ਰਹਿਤ, ਭੈ ਡਰ, ਅਭੈ ਡਰ ਰਹਿਤ, ਅਭੈ ਨਿਰੰਜਨ ਪਰਮ ਪਦ ਤਾਕਾ ਭੂਖਾ ਹੋਏ। ਸੋ ਗੁਰੂ ਸਵਾਰਿਓ ਇੱਥੇ ਵੀ ਜਿਹੜਾ ਸ਼ਲੋਕ ਅਸੀਂ ਪੜ੍ਹ ਰਹੇ ਹਾਂ ਅਭਿਆਗਤ ਸ਼ਬਦ ਵਰਤਿਆ ਗਿਆ। ਅਗਲਾ ਸ਼ਲੋਕ ਵੀ ਇਸੇ ਤਰ੍ਹਾਂ ਹੀ ਸੰਬੰਧਿਤ ਹੈ। ਤੋ ਅਭਿਆਗਤ ਦਾ ਅਰਥ ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਕੀਤਾ ਪ੍ਰਾਹੁਣਾ, ਪਰਦੇਸੀ, ਓਪਰਾ ਸਵਾਲੀ, ਫਕੀਰ, ਮੰਗਤਾ, ਲੋੜਵੰਦਾ ਪਰਦੇਸੀ, ਇਹ ਇਹਨਾਂ ਨੇ ਅੱਖਰੀ ਅਰਥ ਕੀਤੇ ਇਹਦੇ। ਅਭਿਆਗਤ ਦਾ ਮਤਲਬ ਫਕੀਰ, ਦਰਵੇਸ਼, ਲੋੜਵੰਦਾ, ਇਹ ਇਹਨਾਂ ਨੇ ਕੀਤੇ ਹੋਇਆ। ਸੋ ਧਿਆਨ ਨਾਲ ਦੇਖਣਾ, ਜੇ ਜਿੱਥੋਂ ਅਸੀਂ ਵੇਖ ਰਹੇ ਹਾਂ ਸ਼ਲੋਕ ਨੂੰ, ਪਾਠ ਨੂੰ ਸਾਹਮਣੇ ਰੱਖਦੇ ਹਾਂ, ਸਾਨੂੰ ਆਪਣੇ ਆਪ ਹੀ ਸਮਝ ਲੱਗੇਗੀ ਅਭਿਆਗਤ ਇਹ ਨਾ ਆਖੀਐਨ, ਇਹਨਾਂ ਨੂੰ ਅਭਿਆਗਤ ਨਹੀਂ ਆਖਿਆ ਜਾ ਸਕਦਾ, ਯਾਨੀ ਫਕੀਰ ਨਹੀਂ ਕਿਹਾ ਜਾ ਸਕਦਾ। ਤਾਂ ਫਕੀਰ ਸ਼ਬਦ ਵਰਤਾਂਗੇ ਤੇ ਧਾਰਮਿਕ ਮਸਲਾ ਫੇਰ ਬਣ ਗਿਆ। ਇਹਨਾਂ ਨੂੰ ਫਕੀਰ ਨਹੀਂ ਕਿਹਾ ਜਾ ਸਕਦਾ। ਜਿਨ ਕੇ ਚਿੱਤ ਮੈਂ ਭਰਮ, ਜਿਨ੍ਹਾਂ ਦੇ ਚਿੱਤ ਵਿੱਚ ਭਰਮ ਆ ਨਾ, ਭਰਮ ਭੁਲੇਖਾ ਜਿਨ੍ਹਾਂ ਦੇ ਚਿੱਤ ਵਿੱਚ, ਇਹ ਅਭਿਆਗਤ ਨਹੀਂ ਆਖੇ ਜਾ ਸਕਦੇ, ਇਹ ਧਰਮੀ ਨਹੀਂ ਆਖੇ ਜਾ ਸਕਦੇ। ਅੱਗੇ ਨਾਲ ਕਹਿੰਦੇ ਤਿਸ ਦਾ ਦਿੱਤਾ ਨਾਨਕਾ ਤੇਹੋ ਜਿਹਾ ਧਰਮ। ਇਹਨਾਂ ਦਾ ਦਿੱਤਾ ਧਰਮ ਵੀ ਤੇ ਇਦਾਂ ਦਾ ਹੀ ਹੋਏਗਾ ਜਿੱਦਾਂ ਦੇ ਆਪ ਆ। ਆਪ ਭਰਮ ਮਾਰੇ ਆ, ਆਪ ਭਰਮਾਂ ਭੁਲੇਖਿਆਂ ਦੇ ਸ਼ਿਕਾਰ ਆ। ਤੇ ਜਿਹਨੂੰ ਕਿਸੇ ਨੂੰ ਧਰਮ ਬਾਰੇ ਦੱਸਣਗੇ, ਕੀ ਦੱਸਣਗੇ? ਜੋ ਹੈ ਵੰਡਣਗੇ ਉਹ ਜੋ ਕੋਲ ਆ। ਇਹ ਅਭਿਆਗਤ ਨਹੀਂ ਆਖੇ ਜਾ ਸਕਦੇ। ਔਰ ਦੂਜੀ ਬੇਨਤੀ ਮੈਂ ਕਰਨ ਲੱਗਾ ਕਿ ਜਿਹੜਾ ਇਹ ਸ਼ਲੋਕ ਅਸੀਂ ਪੜ੍ਹ ਰਹੇ ਹਾਂ, ਇਹ ਸ਼ਲੋਕ ਵਾਰਾਂ ਤੇ ਵਧੀਕ ਵਿੱਚ ਵੀ ਹੈ। ਮਹਿਲਾ ਤੀਜਾ ਦੇ ਸਿਰਲੇਖ ਹੇਠ ਇਹ ਉੱਥੇ ਵੀ ਦਰਜ ਹੈ, ਆਰੰਭ ਵਿੱਚ ਹੀ। ਪਰ ਉੱਥੇ ਇੰਨਾ ਕੁ ਫਰਕ ਹੈ ਕਿ ਜਿਵੇਂ ਤਿਸ ਦਾ ਦਿੱਤਾ ਨਾਨਕਾ ਤੇਹੋ ਜਿਹਾ ਧਰਮ, ਇੱਥੇ ਇਹ 1 ਨੰਬਰ ਸ਼ਲੋਕ, ਤੇ ਫਿਰ ਅਭੈ ਨਿਰੰਜਨ ਪਰਮਪਦ ਤਾਕਾ ਭੂਖਾ ਹੋਏ, ਇਹ ਸ਼ਲੋਕ ਦੂਜਾ ਹੈ। ਉੱਥੇ 2 ਕਰਕੇ ਦਿੱਤਾ ਗਿਆ, ਇੱਕੋ ਸ਼ਲੋਕ ਨੂੰ 2 ਥਾਈਂ ਵੰਡ ਦਿੱਤਾ ਗਿਆ। ਤਾਂ ਇਹ ਉੱਥੇ ਸਾਨੂੰ ਸ਼ਲੋਕ 12 ਦੇ ਵਧੀਕ ਵਿੱਚ ਵੀ ਮਿਲਦਾ ਹੈ। ਹਾਂਜੀ, ਅਗਲੇ ਸ਼ਲੋਕ ਵੱਲ ਆਪਾਂ ਧਿਆਨ ਦਿੰਦੇ ਹਾਂ। ਮਹਿਲਾ ਤੀਜਾ ਅਭਿਆਗਤ ਇਹ ਨਾ ਆਖੀਆਂ ਨਾ ਜੇ ਪਰ ਕਰ ਭੋਜਨ ਕਰੇ ਨਾ ਉਦਰੈ ਕਾਰਨ ਆਪਣੇ ਬਾਲੇ ਭੇਖ ਕਰੇ ਨਾ। ਹਾਂਜੀ, ਆਪਣੇ ਢਿੱਡ ਦੀ ਖਾਤਰ ਬਾਹਲੇ ਭੇਖ ਕਰੇਣ। ਬਹੁਤੇ ਭੇਖ ਕਰਦੇ ਆ ਢਿੱਡ ਦੀ ਖਾਤਰ, ਰੋਟੀ ਦੀ ਖਾਤਰ, ਬਹੁਤੇ ਭੇਖ। ਤਾਂ ਬੜੇ ਸਾਰੇ ਇਦਾਂ ਦੇ ਸਾਨੂੰ ਮਿਲਣਗੇ। ਸਮੇਂ ਨੂੰ, ਹਾਲਾਤਾਂ ਨੂੰ ਧਿਆਨ 'ਚ ਰੱਖਦੇ ਆ, ਆਪਣਾ ਉਹ ਜਿਹੜੀ ਦੇਖਿਆ ਜੋ ਉਹਨਾਂ ਦਾ ਭੇਸ ਆ ਉਹਨੂੰ ਬਦਲ ਲੈਣਗੇ। ਬੜੇ ਭੇਸ ਨੇ, ਬਹੁਤ ਕਰਦੇ ਆ। ਉਧਰੈ ਕਾਰਨ ਆਪਣੇ ਬਾਹਲੇ ਭੇਖ ਕਰੇਨ। ਮਹਾਰਾਜ ਨੇ ਇੱਥੇ ਵੀ ਕਿਹਾ ਅਭਿਆਗਤ ਇਹ ਨਾ ਆਖੀਐਨ, ਇਹਨਾਂ ਨੂੰ ਵੀ ਅਭਿਆਗਤ ਨਹੀਂ ਆਖਿਆ ਜਾ ਸਕਦਾ ਜਿਹੜੇ ਪਰਾਏ ਘਰ ਭੋਜਨ ਕਰਦੇ ਆ ਤੇ ਬਹੁਤੇ ਭੇਖ ਢਿੱਡ ਦੀ ਖਾਤਰ ਹੀ ਕਰ ਰਹੇ ਆ। ਇਹ ਵੀ ਧਾਰਮਿਕ ਨਹੀਂ ਅਖਵਾਏ ਜਾ ਸਕਦੇ ਜੀ। ਅਭਿਆਗਤ ਸੇ ਨਾਨਕਾ ਜੇ ਆਤਮ ਗੌਣ ਕਰੇਨ ਭਾਲ ਲਹਿਨ ਸ਼ਬ ਆਪਣਾ ਨਿਜ ਕਰ ਰਹਿਣ ਕਰੇਨ। ਪੌੜੀ ਅੰਬਰ ਧਰਤ ਵਿਛੋੜਿਆਨ ਵਿੱਚ ਸੱਚਾ ਅਸਰਾਓ ਘਰ ਦਰ ਸਭੂ ਸੱਚ ਹੈ ਜਿਸ ਵਿੱਚ ਸੱਚਾ ਨਾਉ। ਸਭ ਸੱਚਾ ਹੁਕਮ ਵਰਤਦਾ ਗੁਰਮੁਖ ਸੱਚ ਸਮਾਓ। ਸੱਚਾ ਆਪ ਤਖਤ ਸੱਚਾ ਬੈ ਸੱਚਾ ਕਰੇ ਨਿਆਉ।
ਸਭ ਸੱਚੋ ਸੱਚ ਵਰਤਦਾ ਗੁਰਮੁਖ ਅਲਖ ਲਖਾਈ। ਸ਼ਲੋਕ ਮਹਿਲਾ ਤੀਜਾ। ਰਹਿਣਾ ਮਾਹੀ ਅਨੰਤ ਹੈ ਪੂਰੀ ਆਵੈ ਜਾਏ। ਭਾਣੈ ਚੱਲੈ ਆਪਣੈ ਬਹੁਤੀ ਲਹਿ ਸਜਾਏ। ਰਹਿਣਾ ਮੈਂ ਸਭ ਕਿਛ ਹੈ ਕਰਮੀ ਭਲੈ ਪਾਏ। ਨਾਨਕ ਨੌ ਨਿਤ ਪਾਈਐ ਜੇ ਚੱਲੈ ਤਿਸੈ ਰਜ਼ਾਏ। ਮਹਿਲਾ ਤੀਜਾ। ਸਹਜੇ ਸਤਿਗੁਰ ਨਾ ਸੇਵਿਓ ਵਿੱਚ ਹਉਮੈ ਜਨਮ ਵਿਨਾਸ਼। ਰਸਨਾ ਹਰ ਰਸ ਨਾ ਚੱਖਿਓ ਕਮਲ ਨਾ ਹੋਇਓ ਪ੍ਰਗਾਸ਼। ਇਕ ਖਾਦੀ ਮਨ ਮੁਖ ਮੁਆ ਮਾਇਆ ਮੋਹ ਵਿਨਾਸ਼। ਇਕ ਸਹਰ ਕੇ ਨਾਮ ਬਿਨ ਤ੍ਰਿਗ ਜੀਵਨ ਤ੍ਰਿਗ ਵਾਸ। ਜਾਂ ਆਪੇ ਨਦਰ ਕਰੇ ਪ੍ਰਭ ਸੱਚਾ ਤਾਂ ਹੋਵੈ ਦਾਸਨ ਦਾਸ। ਤਾਂ ਅਨੰਦਿਨ ਸੇਵਾ ਕਰੇ ਸਤਿਗੁਰੂ ਕੀ ਕਵੈ ਨਾ ਛੋੜੈ ਪਾਸ। ਜਿਉ ਜਲ ਮੈਂ ਕਮਲ ਅਲਿਪਤੋ ਵਰਤੈ ਤਿਉ ਵਿੱਚ ਗਿਰਹਿ ਉਦਾਸ। ਜਨ ਨਾਨਕ ਕਰੇ ਕਰਾਇਆ ਸਭ ਕੋ ਜਿਉ ਭਾਵੈ ਤਿਮ ਹਰ ਗੁਣ ਤਾਸ। ਪੌੜੀ। ਸ਼ਕਤੀ ਜੋਗ ਗੁਬਾਰਸਾ ਆਪੇ ਗਣਤ ਕੀਨੀ। ਆਪੇ ਸ੍ਰੇਸ਼ਟ ਸਭ ਸਾਜੀਅਨ ਆਪ ਮਤ ਦੀਨੀ। ਸਿਮਰਤ ਸ਼ਾਸਤਰ ਸਾਜਿਅਨ ਪਾਪ ਪੁੰਨ ਗਣਤ ਗਣੀਨੀ। ਜਿਸ ਬੁਝਾਏ ਸੋ ਬੁਝਸੀ ਸੱਚਾ ਸ਼ਬਦ ਪਤੀਨੀ। ਸਭ ਆਪੇ ਆਪ ਵਰਤਦਾ ਆਪੇ ਬਖਸ਼ ਮਿਲਾਈ। ਸ਼ਲੋਕ ਮਹਿਲਾ ਤੀਜਾ। ਏ ਤਨ ਸਭੋ ਰਤ ਹੈ ਰਤ ਬਿਨ ਤਨ ਨਾ ਹੋਏ। ਜੋ ਸ਼ਹਰਤ ਤੇ ਆਪਣੈ ਤਿਨ ਤਨ ਲੋਭ ਰਤ ਨਾ ਹੋਏ। ਭੈ ਪੈ ਤਨ ਖੀਣ ਹੋਏ ਲੋਭ ਰਤ ਵਿੱਚੋਂ ਜਾਏ। ਜਿਉ ਪੈ ਸੰਤਰ ਧਾਤ ਸ਼ੁੱਧ ਹੋਏ ਤਿਉ ਹਰ ਕਾ ਭਉ ਦੁਰਮਤ ਮੈਲ ਗਵਾਏ। ਨਾਨਕ ਇਹ ਜਨ ਸੋਹਣੇ ਜੋ ਰਤੇ ਹਰ ਰੰਗ ਲਾਏ। ਹਾਂਜੀ, ਇਹ ਗੁਰੂ ਅਮਰਦਾਸ ਜੀ ਦਾ ਸ਼ਲੋਕ ਹੈ। ਇਹੀ ਸ਼ਲੋਕ ਇਸੇ ਤਰੀਕੇ ਨਾਲ ਹੀ ਬਾਬਾ ਫਰੀਦ ਸਾਹਿਬ ਜੀ ਦੇ ਸ਼ਲੋਕਾਂ ਦੇ ਵਿੱਚ 51 ਨੰਬਰ ਸ਼ਲੋਕ ਦੇ ਨਾਲ ਵਿਆਖਿਆ ਦੇ ਰੂਪ ਵਿੱਚ ਲੱਗਾ ਸਾਨੂੰ ਉੱਥੇ ਵੀ ਮਿਲਦਾ ਹੈ। ਕਿਉਂਕਿ ਬਾਬਾ ਫਰੀਦ ਸਾਹਿਬ ਜੀ ਦਾ ਸ਼ਲੋਕ ਹੈ, ਫਰੀਦਾ ਰਤੀ ਰਤ ਨਾ ਨਿਕਲੈ ਜੇ ਤਨ ਚੀਰੈ ਕੋਏ। ਜੋ ਤਨ ਰਤੇ ਰੱਬ ਸਿਉ ਤਿੰਨ ਤਨ ਰਤ ਨਾ ਹੋਏ। ਹੁਣ ਗੱਲ ਇਹ ਹੈ ਕਿ ਬਾਬਾ ਫਰੀਦ ਸਾਹਿਬ ਨੇ ਗਲਤ ਨਹੀਂ ਲਿਖਿਆ। ਜਿਹੜੀ ਗੱਲ ਗੁਰੂ ਅਮਰਦਾਸ ਜੀ ਆਪਣੇ ਸ਼ਲੋਕ 'ਚ ਕਹਿ ਰਹੇ ਨੇ, ਬਾਬਾ ਫਰੀਦ ਸਾਹਿਬ ਵੀ ਉਹੀ ਕਹਿ ਰਹੇ ਨੇ। ਪਰ ਅਸਲ 'ਚ ਜੇ ਹੁਣ ਗੁਰੂ ਅਮਰਦਾਸ ਜੀ ਦਾ ਸ਼ਲੋਕ ਸਾਡੇ ਸਾਹਮਣੇ ਨਾ ਹੋਵੇ ਤੇ ਪਤਾ ਨਹੀਂ ਬਾਬਾ ਫਰੀਦ ਸਾਹਿਬ ਦੇ ਸ਼ਲੋਕ ਦੀ ਵਿਆਖਿਆ ਕਿੱਧਰ ਦੀ ਕਿੱਧਰ ਅਸੀਂ ਲੈ ਜਾਾਂਗੇ ਕਿ ਜਿਹੜੇ ਨਾਮ ਜਪਦੇ ਇਹਨਾਂ 'ਚ ਤਾਂ ਖੂਨ ਹੁੰਦਾ ਹੀ ਨਹੀਂ। ਕਿਉਂਕਿ ਸ਼ਲੋਕ ਇਦਾਂ ਹੀ ਆ ਰਿਹਾ ਨਾ। ਤਾਂ ਕਦੀ-ਕਦੀ ਪੜ੍ਹਦਿਆਂ ਇਦਾਂ ਵੀ ਲੱਗਦਾ ਕਿ ਮਹਾਰਾਜ ਨੇ ਜਦੋਂ ਇਦਾਂ ਦੇ ਸੰਕੇਤ ਵੇਖੇ ਤੇ ਉਹਨਾਂ ਦੀ ਵਿਆਖਿਆ ਆਪ ਖੁਦ ਕਰ ਦਿੱਤੀ। ਜਾਂ ਇਦਾਂ ਕਹੋ ਕਿ ਸੱਚੇ ਪਾਤਸ਼ਾਹ ਜੀ ਨੇ ਫਰੀਦ ਸਾਹਿਬ ਜੀ ਦੇ 51 ਨੰਬਰ ਸ਼ਲੋਕ ਦੀ ਆਪ ਵਿਆਖਿਆ, ਮੈਂ ਤੇ ਇਹਨੂੰ ਇਦਾਂ ਕਹਿਣਾ ਵਿਆਖਿਆ ਨਹੀਂ, ਉਹਦੇ ਅਰਥ ਕਰ ਦਿੱਤੇ। ਜੇ ਗੁਰੂ ਅਮਰਦਾਸ ਅਰਥ ਨਾ ਕਰਦੇ ਤੇ ਅਸੀਂ ਇਸੇ ਚੱਕਰਾਂ 'ਚ ਰਹਿਣਾ ਸੀ ਕਿ ਵੇਖੋ ਜੀ ਜਿਹੜੇ ਨਾਮ ਜਪਦੇ ਇਹਨਾਂ 'ਚ ਖੂਨ ਨਹੀਂ ਹੁੰਦਾ, ਉਹ ਬਿਨਾਂ ਖੂਨ ਤੋਂ ਹੁੰਦੇ ਆ। ਗੁਰੂ ਅਮਰਦਾਸ ਆਖਿਆ ਬਾਬਾ ਫਰੀਦ ਸਾਹਿਬ ਤੁਹਾਡੀ ਗੱਲ ਠੀਕ, ਬਿਲਕੁਲ ਠੀਕ, ਜੋ ਤੁਸੀਂ ਕਿਹਾ ਜਿਹੜੀ ਭਾਵਨਾ ਨਾਲ ਕਿਹਾ ਬਿਲਕੁਲ ਠੀਕ, ਬਿਲਕੁਲ ਠੀਕ। ਅਸਲ 'ਚ ਜਿਹੜੇ ਰੱਬ ਨਾਲ ਰੱਤੇ ਜਾਂਦੇ ਆ ਨਾ ਉਹਨਾਂ 'ਚ ਲੋਭ ਰਤ ਨਹੀਂ ਹੁੰਦਾ। ਉਹਨਾਂ 'ਚ ਲੋਭ ਰਤ ਨਹੀਂ ਹੁੰਦਾ ਉਹਨਾਂ 'ਚ।
ਔਰ ਜਾਓ ਦੁਨੀਆ ਦੀ ਸਾਇੰਸ ਨੂੰ ਜਾ ਕੇ, ਮੈਡੀਕਲ ਸਾਇੰਸ ਨਾਲ ਮਾਰੋ ਟੱਕਰਾਂ, ਵੇਖੋ ਆ ਖੂਨ ਦਾ ਟੈਸਟ ਸਿਰਫ ਗੁਰੂ ਅਮਰਦਾਸ ਕਰ ਸਕਦੇ ਆ, ਦੂਜਾ ਕੋਈ ਨਹੀਂ ਕਰ ਸਕਦਾ। ਲੱਭਦਾ ਖੂਨ ਸਿਰਿੰਜ ਨਾਲ ਸਾਡਾ ਖੂਨ ਕੱਢ ਕੇ ਟੈਸਟ ਕਰ ਲੈਂਦੇ, ਇਹ ਚੋਂ ਕਿੰਨਾ ਕੁਝ ਲੱਭ ਲੈਂਦੇ, ਮਲੇਰੀਆ ਹੈ, ਟਾਈਫਾਈਡ ਹੈ, ਇਹ ਹੈ, ਉਹ ਹੈ, ਪਤਾ ਨਹੀਂ ਕੀ ਕੁਝ ਗਿਣ ਦਿੰਦੇ ਆ। ਪਰ ਇਹਦੇ ਚ ਲੋਭ ਵੀ ਆ, ਸਾਡੀਆਂ ਨਾੜਾਂ ਚ ਲੋਭ ਰਤ ਦੌੜ ਰਿਹਾ, ਇਹ ਸਿਰਫ ਗੁਰੂ ਅਮਰਦਾਸ ਕਹਿੰਦੇ ਆ, ਇਹ ਕਿਤੇੋਂ ਨਹੀਂ ਲੱਭਦਾ ਸਾਨੂੰ। ਔਰ ਗੁਰੂ ਅਮਰਦਾਸ ਜੀ ਨੇ ਬੜੇ ਸੋਹਣੇ ਢੰਗ ਨਾਲ ਅਰਥ ਕਰਦਿਆਂ ਆਖਿਆ, ਇਹ ਤਨ ਸਭੋ ਰਤ ਹੈ। ਫਰੀਦ ਸਾਹਿਬ, ਤਨ ਤਾਂ ਸਾਰੇ ਰਤ ਦੇ ਹੀ ਨੇ, ਰਤ ਤੋਂ ਬਿਨਾਂ ਤਨ ਹੁੰਦਾ ਹੀ ਕੋਈ ਨਹੀਂ। ਹਾਂ, ਜੋ ਸ਼ਹਿ ਰਤੇ ਆਪਣੇ ਤਿੰਨ ਤਨ ਲੋਭ ਰਤ ਨਾ ਹੋਏ, ਉਹਨਾਂ ਦੇ ਵਿੱਚ ਲੋਭ ਰਤ ਨਹੀਂ ਹੁੰਦੀ, ਉਹਨਾਂ 'ਚ ਲੋਭ ਰਤ ਨਹੀਂ ਹੁੰਦੀ। ਹੈ ਨਾ ਜੀ। ਸਮੇਂ ਸਥਾਨ ਨੂੰ ਧਿਆਨ ਚ ਰੱਖਦਿਆਂ ਸਿਰਫ ਮੈਂ ਸੰਕੇਤ ਕਰਦਾ, ਇੱਕ ਸ਼ਲੋਕ ਅਸੀਂ ਪੜ੍ਹਿਆ ਸੀਗਾ ਔਰ ਅਸੀਂ ਉਹਨੂੰ ਅਰਥਾਂ ਦੇ ਤੌਰ ਤੇ ਸਿਰਫ ਸੀਮਤ ਜੇ ਦਾਇਰੇ ਚ ਰੱਖ ਕੇ ਵੇਖਦੇ ਹਾਂ। ਮੈਂ ਕਹਿੰਦਾ ਇਸ ਸ਼ਲੋਕ ਨੂੰ ਸਾਹਮਣੇ ਰੱਖ ਕੇ ਅਸੀਂ ਉਸ ਸ਼ਲੋਕ ਨੂੰ ਵੀ ਵੇਖੀਏ ਭਲਾ। ਆਪਣੀ ਤਰਫੋਂ ਸਾਰੇ ਕੋਸ਼ਿਸ਼ ਕਰ ਲਿਓ, ਪੜ੍ਹਿਓ ਘਰ ਜਾ ਕੇ। ਆਸਾ ਕੀ ਵਾਰ ਦਾ ਸ਼ਲੋਕ ਹੈ, ਬਾਬਿਆਂ ਨੇ ਤਾਂ ਕੁਛ ਦਾ ਹੋਰ ਹੀ ਬਣਾ ਛੱਡਿਆ। ਉਹ ਬੀਬੀਆਂ ਨੂੰ ਅਪਵਿੱਤਰ ਕਹਿ ਕੇ ਦੂਰ ਕਰਦੇ ਰਹੇ, ਪਰ ਜਦੋਂ ਗੁਰੂ ਨਾਨਕ ਸਾਹਿਬ ਨੇ ਕਿਹਾ ਜਿਉਂ ਜੋਰੂ ਸਿਰਨਾਵਣੀ ਆਵੇ ਵਾਰੋ ਵਾਰ, ਤੇ ਆ ਲੋਭ ਰਤ ਵਾਲੀ ਸਿਰਨਾਵਣੀ ਤਾਂ ਸਾਨੂੰ ਸਾਰਿਆਂ ਨੂੰ ਆ ਰਹੀ ਆ। ਲੋਭ ਰਤ ਦੀ ਸਿਰਨਾਵਣੀ ਤਾਂ ਸਾਨੂੰ ਸਾਰਿਆਂ ਨੂੰ ਆ ਰਹੀ ਆ। ਔਰ ਧਿਆਨ ਨਾਲ ਦੇਖਿਓ, ਇਹ ਲੋਭ ਰਤ ਮਹਾਰਾਜ ਨੇ ਜਿਹੜੀ ਗੱਲ ਕਹੀ, ਇਹ ਲੋਭ ਰਤ ਕਿੰਨਾ ਕੁ ਨੁਕਸਾਨ ਕਰਦੀ ਆ, ਕਿੱਧਰ ਕਿੱਧਰ ਲੋਭ ਰਤ ਜਿਹੜੀ ਆ ਇਹ ਸਾਨੂੰ ਲੈ ਕੇ ਜਾਂਦੀ ਆ, ਔਰ ਕਿੰਨਾ ਕੁ ਸਮਾਜ ਜਿਹੜਾ ਉਹ ਨਿਵਾਣਾ ਨੂੰ ਛੋਹਦਾ ਆ। ਨਜ਼ਰ ਮਾਰ ਕੇ ਦੇਖੋ। ਔਰ ਇਹ ਲੋਭ ਰਤ ਖਤਮ ਹੋ ਜਾਂਦਾ ਆ, ਸਰੀਰ ਚੋਂ ਖੂਨ ਨਹੀਂ ਖਤਮ ਹੁੰਦਾ, ਪਰ ਲੋਭ ਰਤ ਖਤਮ ਹੋ ਜਾਂਦਾ ਆ। ਉਹ ਮਹਾਰਾਜ ਨੇ ਇਹਦੇ ਚ ਦੱਸਿਆ ਹੋਇਆ, ਭੈ ਭੈ ਸਤਿਗੁਰੂ ਦਾ ਨਿਰਮਲ ਅਦਬ ਜੀਵਨ ਚ ਆ ਜਾਏ, ਤਨ ਖੀਣ ਹੋਏ। ਤਨ ਇਸ ਰਤ ਤੋਂ, ਲੋਭ ਰਤ ਤੋਂ ਖੀਣ ਹੋ ਜਾਂਦਾ, ਕਮਜ਼ੋਰ ਹੋ ਜਾਂਦਾ ਆ। ਲੋਭ ਰਤ ਵਿੱਚੋਂ ਜਾਏ, ਇਹ ਲੋਭ ਰਤ ਵਿੱਚੋਂ ਨਿਕਲ ਜਾਂਦੀ ਆ। ਜਿਉਂ ਬੈਸੰਤਰ ਧਾਤ ਸ਼ੁੱਧ ਹੋਏ, ਤਿਉਂ ਹਰ ਕਾ ਭਉ ਦੁਰਮਤ ਮੈਲ ਗਵਾਏ। ਪਰ ਭਉ ਪਵੇ ਤਾਂ ਆ ਨਾ, ਭਉ ਮੰਨਿਆ ਜਾਏ ਤੇ ਤਾਂ ਆ ਨਾ, ਰੱਬ ਦਾ ਭਉ ਰੱਖਿਆ ਜਾਏ ਤਾਂ ਇਹ ਲੋਭ ਰਤ ਵਿੱਚੋਂ ਨਿਕਲ ਜਾਂਦੀ ਆ, ਸੁੱਕ ਜਾਂਦੀ ਆ, ਖਤਮ ਹੋ ਜਾਂਦੀ ਆ, ਫਿਰ ਇਹ ਨਹੀਂ ਰਹਿੰਦੀ। ਤੋ ਇਹ ਫਰੀਦ ਸਾਹਿਬ ਜੀ ਦੇ 51 ਨੰਬਰ ਸ਼ਲੋਕ ਦੀ ਵਿਆਖਿਆ ਦੇ ਵਿੱਚ ਗੁਰੂ ਅਮਰਦਾਸ ਜੀ ਨੇ ਉਚਾਰਨ ਕੀਤਾ। ਇਹ ਸ਼ਲੋਕ ਬਾਬਾ ਫਰੀਦ ਸਾਹਿਬ ਦੇ ਸ਼ਲੋਕਾਂ ਦੇ ਵਿੱਚ ਵੀ ਉੱਥੇ ਲੱਗਾ, ਆਪ ਜੀ ਦਰਸ਼ਨ ਕਰ ਸਕਦੇ ਹੋ ਜੀ। ਮਹਿਲਾ ਤੀਜਾ, ਰਾਮ ਕਲੀ ਰਾਮ ਮਨ ਵਸਿਆ, ਤਾਂ ਬਨਿਆ ਸ਼ਿੰਗਾਰ। ਗੁਰ ਕੈ ਸ਼ਬਦ ਕਮਲ ਬਿਗਸਿਆ, ਗੁਰ ਕੈ ਸ਼ਬਦ ਕਮਲ ਬਿਗਸਿਆ, ਤਾਂ ਸੌਂਪਿਆ ਭਗਤ ਭੰਡਾਰ। ਭਰਮ ਗਿਆ ਤਾਂ ਜਾਗਿਆ, ਚੁਕਾ ਅਗਿਆਨ ਅੰਧਾਰ। ਤਿਸ ਨੂੰ ਰੂਪ ਅਤ ਅਗਲਾ, ਜਿਸ ਹਰ ਨਾਲ ਪਿਆਰ। ਸਦਾ ਰਵੈ ਫਿਰ ਆਪਣਾ, ਸੋਭਾਵੰਤੀ ਨਾਰ। ਮਨ ਮੁਖ ਸ਼ਿੰਗਾਰ ਨਾ ਜਾਣਨੀ, ਜਾਸਨ ਜਨਮ ਸਭ ਹਾਰ। ਬਿਨ ਹਰ ਭਗਤੀ ਸ਼ਿੰਗਾਰ ਕਰੈ, ਨਿਤ ਜਮੈ ਹੋਏ ਖੁਆਰ।
ਸੰਸਾਰੈ ਵਿੱਚ ਸੋਭ ਨਾ ਪਾਇਨੀ, ਅੱਗੇ ਜੇ ਕਰੇ ਸੋ ਜਾਣੈ ਕਰਤਾਰ। ਨਾਨਕ ਸੱਚਾ ਏਕ ਹੈ, ਦੋਹ ਵਿੱਚ ਹੈ ਸੰਸਾਰ। ਚੰਗਾ ਮੰਦਾ ਆਪ ਲਾਇਨ, ਸੋ ਕਰਨ ਜੇ ਆਪ ਕਰਾਏ ਕਰਤਾਰ। ਮਹਿਲਾ ਤੀਜਾ। ਬਿਨ ਸਤਿਗੁਰ ਸੇਵੇ ਸ਼ਾਂਤ ਨਾ ਆਵਈ, ਦੂਜੀ ਨਾਹੀ ਜਾਏ। ਜੇ ਬਹੁ ਤੇਰਾ ਲੁਚੀਐ, ਬਿਨ ਕਰਮਾ ਪਾਇਆ ਨਾ ਜਾਏ। ਅੰਦਰ ਲੋਭ ਵਿਕਾਰ ਹੈ, ਦੂਜੇ ਪਾਏ ਖੁਆਏ। ਤਿੰਨ ਜੰਮਣ ਮਰਨ ਨਾ ਚੁਕਈ, ਹਉਮੈ ਵਿੱਚ ਦੁਖ ਪਾਏ। ਜਿਨੀ ਸਤਿਗੁਰ ਸਿਉ ਚਿਤ ਲਾਇਆ, ਸੋ ਖਾਲੀ ਕੋਈ ਨਾਹੀਂ। ਤਿੰਨ ਜਮ ਕੀ ਤਲਬ ਨਾ ਹੋਵਈ, ਨਾ ਹੋਇ ਦੁਖ ਸਹਾਨਿ। ਨਾਨਕ ਗੁਰਮੁਖ ਉਬਰੇ, ਸੱਚਾ ਸ਼ਬਦ ਸਮਾਹੀ। ਪੌੜੀ। ਆਪ ਅਲਿਪਤ ਸਦਾ ਰਹੈ, ਹੋਰ ਧੰਦਾ ਸਭ ਧਾਵੈ। ਆਪ ਨਿਹਚਲ ਅਚਲ ਹੈ, ਹੋਰ ਆਵੈ ਜਾਵੈ। ਸਦਾ ਸਦਾ ਹਰਿ ਧਿਆਈਐ, ਗੁਰਮੁਖ ਸੁਖ ਪਾਵੈ। ਨਿਜ ਕਰ ਵਾਸਾ ਪਾਈਐ, ਸਚ ਸਿਫਤ ਸਮਾਵੈ। ਸੱਚਾ ਗਹਿਰ ਗੰਭੀਰ ਹੈ, ਗੁਰ ਸ਼ਬਦ 부ਝਾਈ। ਸ਼ਲੋਕ ਮਹਿਲਾ ਤੀਜਾ। ਸੱਚਾ ਨਾਮ ਧਿਆਏ ਤੂੰ, ਸਭੋ ਵਰਤੈ ਸੱਚ। ਨਾਨਕ ਹੁਕਮੈ ਜੋ 부ਝੈ, ਸੋ ਫਲ ਪਾਏ ਸੱਚ। ਕਥਨੀ ਬਦਨੀ ਕਰਤਾ ਫਿਰੈ, ਹੁਕਮ ਨ ਬੂਝੈ ਸੱਚ। ਨਾਨਕ ਹਰਿ ਕਾ ਭਾਣਾ ਮੰਨੇ, ਸੋ ਭਗਤ ਹੋਏ। ਬਿਨ ਮੰਨੇ ਕੱਚ ਨਿਕੱਚ। ਮਹਿਲਾ ਤੀਜਾ। ਮਨਮੁਖ ਬੋਲ ਨਾ ਜਾਣਨੀ, ਉਹਨਾਂ ਅੰਦਰ ਕਾਮ ਕ੍ਰੋਧ ਅਹੰਕਾਰ। ਹੋਏ ਥਾਉ ਕੁਥਾਉ ਨਾ ਜਾਣਨੀ, ਉਨ ਅੰਤਰ ਲੋਭ ਵਿਕਾਰ। ਹਾਂ, ਥਾਉ ਕੁਥਾਉ। ਥਾਉ ਚੰਗਾ ਥਾਂ, ਕੁਥਾਉ ਮਾੜਾ ਥਾਂ। ਜਾਨੀ ਇਹਨਾਂ ਨੂੰ ਚੰਗੇ ਮਾੜੇ ਥਾਂ ਦਾ ਵੀ ਨਹੀਂ ਪਤਾ। ਕਿੱਥੇ ਕੀ ਬੋਲਣਾ ਕੀ ਨਹੀਂ ਬੋਲਣਾ ਇਹ ਵੀ ਨਹੀਂ ਪਤਾ। ਉਹ ਆਪਣੀ ਧੁਨ ਜਿਹੜੀ ਉਹਨਾਂ ਦੀ ਉਹ ਜਾਰੀ ਰੱਖਦੇ ਆ, ਤੇ ਚੰਗਾ ਮਾੜਾ ਥਾਂ ਵੀ ਨਹੀਂ ਵੇਂਦੇ ਕਿ ਇੱਥੇ ਇਹ ਗੱਲ ਸਾਨੂੰ ਠੀਕ ਕਰਨੀ ਆ ਜਾਂ ਨਹੀਂ ਕਰਨੀ। ਉਹ ਆਪਣੇ ਮਸਲੇ ਦੇ ਉੱਤੇ ਲੱਗੇ ਰਹਿੰਦੇ ਆ ਜਿਹੜੇ ਮਨਮੁਖ ਆ। ਹਾਂਜੀ। ਹੋਏ ਆਪਣੇ ਸੁਆਏ, ਆਏ ਬਹਿ ਗੱਲਾਂ ਕਰੈ। ਉਹਨਾਂ ਮਾਰੇ ਜਮ ਜੰਦਾਰ। ਵਾਹ ਵਾਹ। ਅੱਗੇ ਦਰਗਾ ਲੇਖਾ ਮੰਗਿਆ, ਮਾਰ ਖੁਆਰ ਕੀਚੈ ਕੂੜਿਆਰ। ਇਹ ਕੂੜਾ ਕੀ ਮਲ ਕਿਉ ਉਤਰੈ, ਕੋਈ ਕੱਢੋ ਇਹ ਵਿਚਾਰ। ਸਤਿਗੁਰ ਮਿਲੈ ਤਾਂ ਨਾਮ ਦ੍ਰਿੜਾਏ, ਸਭ ਕਿਲਬਿਖ ਕੱਟਣ ਹਾਰ। ਨਾਮ ਜਪੇ ਨਾਮੋ ਆਰਾਧੇ, ਤਿਸ ਜਨ ਕਉ ਕਰੋ ਸਭ ਨਮਸਕਾਰ। ਮਲ ਕੂੜੀ ਨਾਮ ਉਤਾਰੀਅਨ, ਜਪ ਨਾਮ ਹੋਆ ਸਚਿਆਰ। ਜਨ ਨਾਨਕ ਜਿਸ ਦੇ ਇਹ ਚਲਤ ਹੈ, ਸੋ ਜੀਵੋ ਦੇ ਬਨਹਾਰ। ਪੌੜੀ। ਤੁਧ ਜੀਵਟ ਦਾਤਾ ਨਾਹੀਂ, ਕਿਸ ਆਖ ਸੁਣਾਈਐ। ਗੁਰ ਪ੍ਰਸਾਦੀ ਪਾਏ, ਜਿੱਥੋਂ ਹਉਮੈ ਜਾਈਐ। ਰਸ ਦਸ ਸਾਧਾਂ ਬਾਹਰਾ, ਸੱਚੀ ਵਡਿਆਈਐ। ਜਿਸਨੂੰ ਬਖਸ਼ੇ ਤਿਸ ਦੇ, ਆਪ ਲਏ ਮਿਲਾਈਐ। ਘਟ ਅੰਤਰ ਅੰਮ੍ਰਿਤ ਰਖਿਓ ਨ, ਗੁਰਮੁਖ ਕਿਸੈ ਪਿਆਈ। ਸ਼ਲੋਕ ਮਹਿਲਾ ਤੀਜਾ। ਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਨ, ਜੇ ਸਤਿਗੁਰ ਭਾਵੈ ਸੋ ਮਨ ਲੈਣ। ਸੇਈ ਕਰਮ ਕਰੇਨ। ਜਾਏ ਪੁੱਛੋ ਸਿਮਰਤ ਸ਼ਾਸਤ ਬਿਆਸ, ਸੁਖ ਨਾਰਦ ਬਚਨ ਸਭ ਸ੍ਰਿਸ਼ਟ ਕਰੇਨ। ਸੱਚਾ ਲਾਏ ਸੱਚ ਲੱਗੇ, ਸਦਾ ਸੱਚ ਸਮਾਲੀਨ। ਨਾਨਕ ਆਏ ਸੇ ਪ੍ਰਵਾਨ ਭਏ, ਜੇ ਸਗਲੇ ਕੁਲ ਤਾਰੀਨ। ਹਾਂਜੀ, ਇਹ ਸਾਡੇ ਬਹੁਤੇ ਵੀਰਾਂ ਭੈਣਾਂ ਨੂੰ, ਮਾਈਆਂ ਭਾਈਆਂ ਨੂੰ ਇਹ ਤੁਕ ਯਾਦ ਵੀ ਆ। ਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਨ।
ਪ੍ਰੋਫੈਸਰ ਸਾਹਿਬ ਸਿੰਘ ਜੀ ਦੇ ਮੈਂ ਅਰਥ ਦੇਖ ਰਿਹਾ ਸਾਂ ਤਾਂ ਉਹਨਾਂ ਨੇ ਅਰਥ ਕੀਤੇ ਆ, ਸਤਿਗੁਰੂ ਦੀਆਂ ਸਾਖੀਆਂ ਸਿੱਖ ਪੁੱਤਰਾਂ ਨੂੰ ਗੁਰਮੁਖ ਪੁੱਤਰ ਬਣਾ ਦਿੰਦੀਆਂ ਹਨ। ਸਿੱਖ ਪੁੱਤਰਾਂ ਨੂੰ ਗੁਰਮੁਖ ਪੁੱਤਰ ਬਣਾ ਦਿੰਦੀਆਂ ਹਨ। ਗੁਰਸਾਖੀਆਂ ਦੀ ਬਰਕਤ ਨਾਲ ਗੁਰਮੁਖ ਸਿੱਖ ਪੁੱਤਰ ਉਹਨਾਂ ਗੱਲਾਂ ਵਿੱਚ ਯਕੀਨ ਲਿਆਉਂਦੇ ਹਨ ਤੇ ਉਹ ਕੰਮ ਕਰਦੇ ਹਨ ਜੋ ਸਤਿਗੁਰੂ ਨੂੰ ਭਾਉਂਦੇ ਹਨ। ਤਾਂ ਇੱਕ ਤੁਕ ਤੇ ਸਾਡੇ ਹਮੇਸ਼ਾ ਯਾਦ ਰਹਿੰਦੀ ਹੈ ਕਿ ਬਾਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਨ, ਪੁੱਤਰਾਂ ਨੂੰ ਸਪੁੱਤਰ ਚੰਗੇ ਸਪੁੱਤਰ ਬਣਾ ਦਿੰਦੀਆਂ। ਪਰ ਅਸਲ 'ਚ ਇੱਕ ਤੁਕ ਨਾਲ ਸਾਡਾ ਗੁਜ਼ਾਰਾ ਨਹੀਂ ਹੁੰਦਾ। ਅਸੀਂ ਅਗਲੀ ਤੁਕ ਨਾਲ ਪੜ੍ਹੀਏ, ਸਤਿਗੁਰ ਭਾਵੈ ਜੇ ਸਤਿਗੁਰ ਭਾਵੈ ਸੋ ਮੰਨ ਲੈਣ। ਜੋ ਸਤਿਗੁਰੂ ਨੂੰ ਭਾਉਂਦਾ ਉਹ ਮੰਨਣ, ਸੇਈ ਕਰਮ ਕਰੇਨ। ਕੰਮ ਉਹ ਕਰਨ ਜਿਹੜੇ ਸਤਿਗੁਰੂ ਨੂੰ ਭਾਉਂਦੇ ਆ। ਤੇ ਹੁਣ ਸਤਿਗੁਰੂ ਨੂੰ ਕੀ ਭਾਉਂਦਾ, ਇਹ ਤੁਹਾਨੂੰ ਫਿਰ ਪੜ੍ਹਨਾ ਪਊਗਾ ਨਾ। ਸਤਿਗੁਰੂ ਨੂੰ ਕੀ ਭਾਉਂਦਾ ਇਹ ਹੁਣ ਫਿਰ ਯਾਦ ਕਰਨਾ ਪਏਗਾ ਨਾ। ਇਹ ਸਾਨੂੰ ਬਾਣੀ ਚੋਂ ਵਾਰ-ਵਾਰ ਚਿਤਾਰਨਾ ਪਏਗਾ ਕਿ ਸਤਿਗੁਰੂ ਨੂੰ ਆ ਭਾਉਂਦਾ ਭਾਈ। ਤੋ ਧਿਆਨ ਰੱਖਣਾ ਸਾਧ ਸੰਗਤ, ਅਸੀਂ ਇਸ ਗੱਲ ਦੇ ਸ਼ਿਕਾਰ ਬੜੀ ਛੇਤੀ ਹੋ ਜਾਂਦੇ ਆ। ਕੋਈ ਜ਼ਬਾਨੀ ਗੁਲਾਮੀ ਮੇਰੇ ਵਰਗਾ ਇਹ ਗੱਲ ਕਹਿ ਦਿੰਦਾ ਕਿ ਸਤਿਗੁਰੂ ਨੇ ਇਹ ਕਿਹਾ ਤੁਸੀਂ ਇਦਾਂ ਕਰ ਲਓ। ਸਿੱਖੀ ਦੇ ਨਾਂ ਤੇ, ਗੁਰਮਤ ਦੇ ਨਾਂ ਤੇ, ਖਿਮਾ ਕਰਿਓ, ਬੜਾ ਜ਼ਿਆਦਾ ਜ਼ਹਿਰ ਸਾਨੂੰ ਪਰੋਸਿਆ ਜਾਂਦਾ। ਔਰ ਜਦੋਂ ਗੁਰੂ ਦਾ ਨਾਮ ਵਰਤ ਕੇ ਸਾਡੇ ਸਾਹਮਣੇ ਕੋਈ ਚੀਜ਼ ਰੱਖ ਦਿੱਤੀ ਜਾਂਦੀ, ਅਸੀਂ ਬਿਨਾਂ ਸੋਚੇ ਸਮਝੇ ਅੱਖਾਂ ਮੀਟ ਕੇ ਅਪਣਾ ਲੈਂਦੇ ਹਾਂ। ਤੇ ਧਿਆਨ ਰੱਖਣਾ, ਕੋਈ ਸ਼ੱਕ ਨਹੀਂ, ਅਸੀਂ ਪੜ੍ਹੀਏ ਸਾਰਿਆਂ ਨੂੰ, ਸੁਣੀਏ ਸਾਰਿਆਂ ਨੂੰ, ਕੋਈ ਦਿੱਕਤ ਨਹੀਂ। ਪਰ ਪੜ੍ਹਨ ਸੁਣਨ ਲੱਗਿਆਂ ਇਸ ਗੱਲ ਦਾ ਧਿਆਨ ਜ਼ਰੂਰ ਰੱਖੀਏ ਕਿ ਸਤਿਗੁਰੂ ਜੋ ਬਾਣੀ 'ਚ ਕਹਿੰਦੇ ਆ, ਅਸਲ ਸੱਚ ਤਾਂ ਇਹ ਆ। ਜੋ ਮੈਂ ਸੁਣਿਆ, ਜੋ ਮੈਂ ਪੜ੍ਹਿਆ, ਹੋ ਸਕਦਾ ਹੈ ਇਹਦੇ ਵਿੱਚ ਕਿਤੇ ਕੋਈ ਫਰਕ ਹੋਵੇ, ਹੋ ਸਕਦਾ ਹੈ ਇਹ ਮੰਨਣਯੋਗ ਨਾ ਹੋਵੇ, ਪਰ ਜੋ ਸਤਿਗੁਰੂ ਨੇ ਬਾਣੀ ਦੇ ਰਾਹੀਂ ਕਹਿਤਾ, ਇਹ ਇਨ ਬਿਨ ਮੈਨੂੰ ਆਪਣੀ ਜ਼ਿੰਦਗੀ ਅੰਦਰ ਅਪਣਾ ਲੈਣਾ ਚਾਹੀਦਾ। ਸੋ ਅਸੀਂ ਪੜ੍ਹ ਰਹੇ ਹਾਂ, ਬਾਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਨ, ਜੇ ਸਤਿਗੁਰ ਭਾਵੈ ਸੋ ਮੰਨ ਲੈਣ, ਸੇਈ ਕਰਮ ਕਰੇਨ। ਕੰਮ ਉਹ ਕਰੀਏ ਜਿਹੜੇ ਸਤਿਗੁਰੂ ਨੂੰ ਭਾਉਂਦੇ ਆ, ਮੰਨੀਏ ਉਹ ਜਿਹੜਾ ਸਤਿਗੁਰੂ ਨੂੰ ਭਾਉਂਦਾ ਆ। ਤੋ ਜੋ ਸਤਿਗੁਰੂ ਨੂੰ ਨਹੀਂ ਭਾਉਂਦਾ, ਸਤਿਗੁਰੂ ਦੀ ਕਸਵੱਟੀ ਤੇ ਖਰਾ ਨਹੀਂ ਉਤਰਦਾ, ਬਾਣੀ ਦੇ ਸਿਧਾਂਤਾਂ ਦੇ ਮੁਤਾਬਕ ਨਹੀਂ, ਉਹਨੂੰ ਮੰਨਣ ਤੋਂ ਅਸੀਂ ਇਨਕਾਰੀ ਹੋਣ ਲੱਗਿਆ, ਦੇਰ ਨਾ ਕਰੀਏ, ਉਹਨੂੰ ਛੱਡ ਦਈਏ। ਹਾਂਜੀ। ਮਹਿਲਾ ਤੀਜਾ, ਗੁਰੂ ਜਿਨ੍ਹਾਂ ਕਾ ਅੰਦੋਲਾ, ਸਿੱਖ ਵੀ ਅੰਤੇ ਕਰਮ ਕਰੇ ਨਾ। ਵਾਹਿਗੁਰੂ, ਅਸੀਂ ਤਾਂ ਗੁਰੂ ਦੇ ਉੱਤੇ ਬੜੀ ਸ਼ਰਧਾ ਭਾਵਨਾ ਪਿਆਰ ਰੱਖਣ ਵਾਲੇ ਲੋਕ ਹਾਂ, ਪਰ ਕੀ ਗੁਰੂ ਅੰਨਾ ਵੀ ਹੁੰਦਾ? ਗੁਰੂ ਵੀ ਅੰਨਾ ਹੁੰਦਾ? ਤੁਹਾਡੇ ਸਾਹਮਣੇ ਆ ਸ਼ਲੋਕ ਵੇਖੋ, ਮਹਾਰਾਜ ਤੀਜੇ ਪਾਤਸ਼ਾਹ ਜੀ ਦਾ। ਗੁਰੂ ਅਮਰਦਾਸ ਹੀ ਲਿਖਣ ਵਾਲੇ ਆ, ਔਰ ਬਹੁਤ ਪਤੇ ਦੀਆਂ ਬਾਤਾਂ ਮਹਾਰਾਜ ਨੇ ਕੀਤੀਆਂ। ਜੇ ਗੁਰੂ ਅੰਨਾ ਆ ਤਾਂ ਨਾਲ ਸ਼ਬਦ ਵਰਤਿਆ, ਸਿੱਖ ਵੀ ਅੰਧੇ ਕਰਮ ਕਰੇਨ। ਉਹਦੇ ਸਿੱਖ, ਉਹਦੇ ਸ਼ਿਸ਼, ਉਹਦੇ ਚੇਲੇ ਵੀ ਹੋਣਗੇ ਨਾ, ਉਹ ਵੀ ਉਹੋ ਜਿਹੇ ਹੋਣਗੇ। ਠੀਕ ਹੈ ਜੀ। ਇਹਦਾ ਮਤਲਬ ਹੋਇਆ, ਜਿੱਥੇ ਅਸੀਂ ਸੱਚੇ ਸਤਿਗੁਰੂ ਦੇ ਉੱਤੇ ਭਰੋਸਾ ਵਿਸ਼ਵਾਸ ਰੱਖਦੇ ਹਾਂ, ਇਹਦਾ ਮਤਲਬ ਕੋਈ ਨਕਲ ਵੀ ਬਰਾਬਰ ਤੇ ਤਿਆਰ ਆ। ਕਿਉਂ ਜੀ? ਇਹਦਾ ਮਤਲਬ ਬਰਾਬਰ ਤੇ ਕੋਈ ਨਕਲ ਵੀ ਤਿਆਰ ਆ। ਹੈ ਆ ਕੋਈ ਗੱਲ। ਦੇਖੋ, ਗੁਰੂ ਵੀ ਦੋ ਹੋ ਗਏ ਨਾ ਫਿਰ। ਇੱਕ ਗੁਰੂ ਅੰਧਲਾ, ਅੰਨਾ ਗੁਰੂ, ਤੇ ਅੰਨੇ ਗੁਰੂ ਦੇ ਸਿੱਖ ਵੀ ਅੰਨੇ। ਇੱਕ ਪਾਸੇ ਅਸੀਂ ਪੜ੍ਹ ਰਹੇ ਸਾਂ, ਸਾਰਾ ਸੰਸਾਰ
ਮੋਹ ਮਾਇਆ ਚ ਸੁੱਤਾ ਪਿਆ ਆ, ਇੱਕੋ ਸਤਿਗੁਰ ਜਾਗਤਾ। ਇੱਕੋ ਸਤਿਗੁਰੂ ਜਾਗਦਾ ਆ, ਬਾਕੀ ਸਭ ਸੁੱਤੇ ਹੋਏ ਆ। ਇੱਕ ਆਪਾਂ ਪੜ੍ਹ ਰਹੇ ਸਾਂ, ਜਦੋਂ ਆਪਾਂ ਗੁਰੂ ਅਮਰਦਾਸ ਜੀ ਦਾ ਹੀ ਸ਼ਾਇਦ ਸ਼ਲੋਕ ਸੀਗਾ ਉਹ, ਉੱਥੇ ਮਹਾਰਾਜ ਕਹਿੰਦੇ ਆ ਕਿ ਸਤਿਗੁਰੂ ਸਦਾ ਆ, ਪਰ ਦਿਸਦਾ ਆ ਸ਼ਬਦ ਕਮਾਏ। ਉਹ ਸ਼ਬਦ ਕਮਾਇਆ ਦਿਸਦਾ ਆ ਤੁਹਾਨੂੰ। ਨਾਲ ਉੱਥੇ ਸ਼ਬਦ ਵਰਤਿਆ ਸੀ, ਉਹ ਔਹਾਣੀ ਕਦੇ ਨਾ ਹੈ। ਔਹਾਣੀ ਦਾ ਅਰਥ ਹੈ ਨਾਸ਼ ਹੋਣ ਵਾਲਾ, ਉਹ ਕਦੇ ਨਾਸ਼ ਹੋਣ ਵਾਲਾ ਵੀ ਨਹੀਂ। ਸਤਿਗੁਰ ਮੇਰਾ ਸਦਾ ਸਦਾ, ਨਾ ਆਵੇ ਨਾ ਜਾਏ, ਉਹ ਅਬਨਾਸ਼ੀ ਪੁਰਖ ਹੈ, ਸਭ ਮੈਂ ਰਹਿਆ ਸਮਾਏ। ਦੂਜੇ ਪਾਸੇ ਗੁਰੂ ਜਿਨ੍ਹਾਂ ਕਾ ਅੰਦਲਾ। ਜੇ ਮੈਂ ਇਹ ਪੁੱਛਾਂ ਕਿ ਜਿੰਨੇ ਆਪਾਂ ਬੈਠੇ ਆ, ਸਾਡਾ ਤੇ ਨਹੀਂ ਗੁਰੂ ਅੰਨਾ ਹੋਏਗਾ ਨਾ? ਅਸੀਂ ਅੰਨੇ ਗੁਰੂ ਮਗਰ ਲੱਗਣ ਵਾਲੇ ਤਾਂ ਨਹੀਂ ਆ ਨਾ ਹੀ ਹੋਏਗੀ ਮੇਰੇ ਖਿਆਲ ਹੈ ਨਾ। ਪਰ ਇੱਕ ਗੱਲ ਦਾ ਧਿਆਨ ਰੱਖਿਓ, ਜਿੱਤੋਂ ਅਸੀਂ ਅਗਵਾਈ ਲੈਨੇ ਆ ਨਾ, ਉਹ ਗੁਰੂ ਬਣ ਜਾਂਦਾ। ਜੇ ਸਿੱਖ ਹਰ ਵੇਲੇ ਗੁਰੂ ਗ੍ਰੰਥ ਸਾਹਿਬ ਜੀ ਤੋਂ ਅਗਵਾਈ ਲੈ ਕੇ ਚੱਲ ਰਿਹਾ ਤਾਂ ਗੁਰੂ ਸਾਡਾ। ਕਹਿਣ ਨਾਲ, ਮੱਥਾ ਟੇਕਣ ਨਾਲ ਥੋੜਾ ਗੁਰੂ ਮੰਨਿਆ ਜਾਂਦਾ। ਜੇ ਗੁਰੂ ਤੋਂ ਅਗਵਾਈ ਲੈ ਕੇ ਚੱਲਦੇ ਆ ਤਾਂ ਗੁਰੂ। ਤੇ ਜਰਾ ਕਿ ਇੰਨਾ ਕੁ ਧਿਆਨ ਮਾਰ ਲਈਏ ਕਿ ਅਸੀਂ ਆਪਣੀ ਜ਼ਿੰਦਗੀ ਦੀ ਬਹੁਤੀ ਅਗਵਾਈ ਲੈਂਦੇ ਕਿੱਥੋਂ ਆ। ਐਵੇਂ ਕਿਸੇ ਸਰਸੇ ਵਾਲੇ ਨੂੰ ਗਾਲਾਂ ਕੱਢਣ ਤੁਰ ਜਾਂਗੇ ਕਿ ਉਹ ਗੁਰੂ ਉਹਨਾਂ ਦਾ ਅੰਨਾ ਆ, ਉਹ ਅੰਨੇ ਕੰਮ ਕਰਦੇ ਆ। ਪਰ ਅਸੀਂ ਵੀ ਦੇਖੀਏ ਕਿ ਭਾਈ ਗੁਰੂ ਜਿਨ੍ਹਾਂ ਦਾ ਅੰਨਾ ਆ, ਉਹਨਾਂ ਦੇ ਸਿੱਖ ਵੀ ਅੰਨੇ ਕੰਮ ਕਰਦੇ ਆ। ਤੇ ਜੇ ਸਾਡੇ ਕੰਮਾਂ 'ਚ, ਸਾਡੇ ਰਹਿਣ ਸਹਿਣ 'ਚ ਅਗਿਆਨਤਾ ਹੈ ਤੇ ਮੀਨਿੰਗ ਅਸੀਂ ਵੀ ਅਗਵਾਈ ਕਿਸੇ ਅੰਨੇ, ਕਿਸੇ ਅਗਿਆਨਤਾ ਭਰੇ ਥਾਂ ਤੋਂ ਲੈ ਰਹੇ ਆ। ਤਾਂ ਮੇਰਾ ਖਿਆਲ ਸਭ ਤੋਂ ਵੱਧ ਅਗਵਾਈ ਹਰੇਕ ਮਨੁੱਖ ਦੀ, ਮਨੁੱਖ ਦਾ ਮਨ ਹੀ ਕਰਦਾ ਆ। ਜਦੋਂ ਗੁਰੂ ਦੀ ਮੰਨੀ ਨਾ ਜਾਏ, ਗੁਰੂ ਦੀ ਸੁਣੀ ਨਾ ਜਾਏ, ਕੀਤੀ ਜਾਏ ਮਨ ਦੀ, ਸੁਣੀ ਜਾਏ ਮਨ ਦੀ, ਪੂਰੀ ਹੋਵੇ ਮਨ ਦੀ, ਤੇ ਫਿਰ ਗੁਰੂ ਕੌਣ ਹੋਇਆ? ਬੋਲੋ ਜੀ, ਫਿਰ ਗੁਰੂ ਕੌਣ ਹੋਇਆ? ਮਨ ਆ। ਜੇ ਕਿਸੇ ਡੇਰੇ ਤੇ ਲੈ ਗਿਆ, ਕਬਰ ਤੇ ਲੈ ਗਿਆ, ਕੌਣ ਲੈ ਗਿਆ? ਮਨ ਹੀ ਲੈ ਗਿਆ ਨਾ। ਸਾਰੀ ਸਿਆਪੇ ਦੀ ਜੜ ਮਨ ਆ। ਤਾਂ ਮਹਾਰਾਜ ਨੇ ਚੰਗੇ ਤਰੀਕੇ ਸਪਸ਼ਟ ਕਰ ਦਿੱਤਾ, ਜਿਨ੍ਹਾਂ ਦਾ ਗੁਰੂ ਅੰਨਾ ਆ, ਉਹ ਫਿਰ ਅੰਨੇ ਗੁਰੂ ਦੇ ਮਗਰ ਲੱਗਣ ਵਾਲੇ ਸਿੱਖ ਵੀ ਅੰਨੇ ਕੰਮ ਕਰਦੇ। ਸੁਣਿਓ ਧਿਆਨ ਨਾਲ ਪਾਠ, ਬਹੁਤ ਸੋਹਣਾ। ਹਾਂਜੀ। ਗੁਰੂ ਜਿਨ੍ਹਾਂ ਕਾ ਅੰਧੁਲਾ, ਸਿੱਖ ਭੀ ਅੰਧੇ ਕਰਮ ਕਰੇ ਨਾ। ਕੋਏ ਭਾਣਾ ਚੱਲਣ ਆਪਣੈ, ਨਿਤ ਝੂਠੋ ਝੂਠ ਬੋਲੇ ਨਾ। ਕੂੜ ਤੋ ਸਤ ਕਮਾਵੰਦੇ, ਪਰ ਨਿੰਦਾ ਸਦਾ ਕਰੇ ਨਾ। कोई आप डूबे पर निंदका, सगले कोल डूबे ना। नानक जित कोई लाए तित लगे, कोई बपड़े क्या करे ना। पौड़ी सब नदरी अंदर रखदा, जेती श्रेष्ठ श्रेष्ठ सब सिस्टर ਤੁਹਾਡੇ ਕੋਲ ਸਿਸਟਰ ਰਾਰਾ ਨਹੀਂ, ਸਿਸਟਰ। ਸਭ ਨਦਰੀ ਅੰਦਰ ਰੱਖਦਾ, ਜੇਤੀ ਸਿਸਟ ਸਭ ਕੀਤੀ। ਇੱਕ ਮੂਰਖ ਸਤ ਲਾਇਆ ਨਾ, ਮਨ ਮੁਖ ਵਿਭੂਤੀ। ਗੁਰਮੁਖ ਸਦਾ ਧਿਆਈਐ, ਅੰਦਰ ਹਰ ਪ੍ਰੀਤੀ। ਜਿਨ ਕਾ ਹੋਤੈ ਪੁਨ ਹੈ, ਤਿਨ ਬਾਤ ਸਪੀਤੀ। ਨਾਨਕ ਨਾਮ ਧਿਆਈਐ, ਸੱਚ ਸਿਫਤ ਸੁਨਾਈ। ਸ਼ਲੋਕ ਮਹਿਲਾ ਪਹਿਲਾ।
ਸਤੀ ਪਾਪ ਕਰ ਸਤ ਕਮਾਹੇ, ਗੁਰ ਦੀਖਿਆ ਘਰ ਦੇਵਨ ਜਾਹੇ। ਇਸਤਰੀ ਪੁਰਖ ਖਟਿਆ ਭਾਉ, ਭਾਵੇਂ ਆਵੋ ਭਾਵੇਂ ਜਾਓ। ਵਾਹ ਵਾਹ। ਸ਼ਾਸਤ ਵੇਦ ਨ ਮਾਨੈ ਕੋਏ, ਆਪੋ ਆਪੈ ਪੂਜਾ ਹੋਏ। ਵਾਹ ਵਾਹ। ਕਾਜ਼ੀ ਹੋਏ ਕੈ ਲਹਿ ਨਿਆਏ, ਫੇਰੇ ਤਸਬੀ ਕਰੇ ਖੁਦਾਏ। ਹਾਂਜੀ, ਇੱਥੇ ਇਹਨਾਂ ਸ਼ਲੋਕਾਂ ਦੇ ਵਿੱਚ ਤੁਸੀਂ ਦਰਸ਼ਨ ਕਰੋਗੇ, ਮਹਾਰਾਜ ਨੇ ਇੱਕ ਸ਼ਲੋਕ ਦੇ ਵਿੱਚ, ਜਿਵੇਂ ਇਹ ਅਸੀਂ ਪੜ੍ਹ ਰਹੇ ਹਾਂ, ਪਹਿਲਾ ਪੱਖ ਰੱਖਿਆ ਸਤੀ। ਸਤੀ ਦਾ ਅਰਥ ਹੈ ਦਾਨੀ, ਦਾਨ ਕਰਨ ਵਾਲਾ। ਆਸਾ ਕੀ ਵਾਰ ਚ ਵੀ ਆਪਾਂ ਪੜ੍ਹਦੇ ਨਾ, ਸਤੀਆਂ ਮਨ ਸੰਤੋਖ ਉਪਜੈ, ਦੇਣੈ ਕੈ ਵਿਚਾਰ, ਦੇ ਦੇ ਮੰਗੈ ਸੈਂਸਾ ਗੁਣਾ, ਸ਼ੋਭ ਕਰੇ ਸੰਸਾਰ। ਇੱਥੇ ਮਹਾਰਾਜ ਨੇ ਸਤੀ ਤੋਂ ਕੰਮ ਸ਼ੁਰੂ ਕੀਤਾ। ਸਤੀ ਪਾਪ ਕਰ, ਹਾਂਜੀ, ਸਤ ਕਮਾਹੇ। ਸਤ ਦੇ ਤੱਤੇ ਨੂੰ ਔਂਕੜਿਆ। ਸਤੀ ਦਾਨੀ, ਠੀਕ ਹੈ ਜੀ, ਪਾਪ ਕਰਦੇ ਆ ਤੇ ਸਤ ਕਮਾਉਂਦੇ ਆ। ਕਰਦੇ ਆ ਪਾਪ ਤੇ ਸਤ ਕਮਾਉਂਦੇ। ਸਤ ਗੁਰ ਦੀਖਿਆ ਘਰ ਦੇਵਨ ਜਾਹੇ। ਗੁਰ ਦੀਖਿਆ, ਦੀਖਿਆ ਦਾ ਅਰਥ ਹੁੰਦਾ ਸਿੱਖਿਆ। ਘਰ ਦੇਵਨ ਜਾਹੇ, ਇਸਤਰੀ ਪੁਰਖ ਹੈ ਖਟਿਆ ਭਾਓ। ਇਸਤਰੀ ਤੇ ਪੁਰਖ ਦਾ, ਇਸਤਰੀ ਮਰਦ ਦਾ ਪਿਆਰ ਸਿਰਫ ਖੱਟਿਆ ਪੈਸੇ ਉੱਤੇ ਆ। ਭਾਵੇਂ ਆਵੋ ਭਾਵੇਂ ਜਾਓ, ਚੰਗੇ ਮਾੜੇ ਜਿੱਥੇ ਮਰਜ਼ੀ ਜਾਵੇ, ਕੋਈ ਦਿੱਕਤ ਨਹੀਂ, ਪੈਸਾ ਚਾਹੀਦਾ। ਫਿਰ ਮਹਾਰਾਜ ਕਹਿੰਦੇ ਸ਼ਾਸਤ ਵੇਦ ਨਾ ਮਾਨੈ ਕੋਏ। ਕੋਈ ਨਹੀਂ ਮੰਨ ਰਿਹਾ ਧਰਮ ਵੀ, ਧਰਮ ਗ੍ਰੰਥਾਂ ਦੀ ਕੋਈ ਨਹੀਂ ਸੁਣ ਰਿਹਾ। ਆਪੋ ਆਪੇ ਪੂਜਾ ਹੋਏ। ਆਪੋ ਆਪੇ ਵੰਨ ਸਵੰਨੀ, ਆਪੋ ਧਾਪੀ ਪੂਜਾ ਹੋ ਰਹੀ ਹੈ। ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਦੂਜਾ ਪੱਖ ਲਿਆਂਦਾ ਕਾਜ਼ੀ ਦਾ, ਇਸਲਾਮ ਦਾ। ਸੁਣੋ ਜੀ। ਹਾਂਜੀ। ਕਾਜ਼ੀ ਹੋਏ ਕੈ ਲਹਿ ਨਿਆਏ, ਫੇਰੇ ਤਸਬੀ ਕਰੇ ਖੁਦਾਏ। ਕਾਜ਼ੀ ਕਜੀਏ ਨਿਬੇੜਨ ਵਾਲਾ। ਇਸਲਾਮ 'ਚ ਜੱਜ ਦੀ ਪਦਵੀ ਰੱਖਦਾ। ਅਫਗਾਨਿਸਤਾਨ 'ਚ ਤਾਲਿਬਾਨ ਨੇ ਜਿਹੜਾ ਹੁਣ ਕੰਟਰੋਲ ਕੀਤਾ ਆ, ਉਹਦੇ 'ਚ ਪਹਿਲਾਂ ਜਦੋਂ ਉਹਨਾਂ ਦਾ ਰਾਜ ਸੀ, ਉਦੋਂ ਵੀ ਉੱਥੇ ਜੱਜ ਹੀ ਕਾਜ਼ੀ ਹੀ ਨਿਆਂ ਦੇ ਉੱਤੇ ਬਹਿੰਦਾ ਸੀਗਾ। ਹੁਣ ਵੀ ਬੈਠੇਗਾ। ਉਹ ਆਪਣੀ ਸ਼ਰ੍ਹਾ ਦੇ ਮੁਤਾਬਕ ਚੱਲਣਗੇ। ਤੋ ਸਤਿਗੁਰੂ ਕਹਿੰਦੇ ਕਾਜ਼ੀ ਹੋਏ ਕੈ ਬਹਿ ਨਿਆਏ। ਕਾਜ਼ੀ ਨਿਆਂ ਕਰਨ ਲਈ ਬਹਿੰਦਾ, ਨਿਆਂ ਕਰਨ ਲਈ, ਇਨਸਾਫ ਕਰਨ ਲਈ ਬਹਿੰਦਾ ਆ। ਫੇਰੇ ਤਸਬੀ, ਤਸਬੀ ਦਾ ਅਰਥ ਹੈ ਮਾਲਾ। ਫੇਰੇ ਤਸਬੀ ਕਰੇ ਖੁਦਾਏ, ਮੂੰਹ ਚੋਂ ਖੁਦਾ ਖੁਦਾ ਕਰਦਾ। ਮਾਲਾ ਵੀ ਫੇਰਦਾ ਤੇ ਖੁਦਾ ਖੁਦਾ ਵੀ ਕਰਦਾ। ਇਨਸਾਫ ਲਈ ਕੁਰਸੀ ਤੇ ਬੈਠ ਰਿਹਾ। ਹਾਂਜੀ। ਵੱਡੀ ਲੈ ਕੇ ਹੱਕ ਗਵਾਏ। ਵੱਡੀ, ਵੱਡੀ ਦਾ ਅਰਥ ਹੈ ਰਿਸ਼ਵਤ। ਵੱਡੀ ਲੈਂਦਾ ਆ। ਹੱਕ ਗਵਾਏ, ਜੋ ਸੱਚ ਆ ਉਹਨੂੰ ਦਬਾ ਦਿੰਦਾ ਆ, ਜੋ ਠੀਕ ਆ ਉਹਨੂੰ ਪਾਸੇ ਕਰ ਦਿੰਦਾ ਆ। ਵੱਡੀ ਲੈ ਕੇ ਹੱਕ ਗਵਾਏ। ਹਾਂਜੀ। ਜੇ ਕੋ ਪੁੱਛੈ ਤਾਂ ਪੜ ਸੁਣਾਏ। ਜੇ ਕੋਈ ਪੁੱਛਦਾ ਆ ਤੇ ਪੜ੍ਹ ਕੇ ਸੁਣਾ ਦਿੰਦਾ। ਕਹਿੰਦਾ ਇਹਦੀ ਵਿਆਖਿਆ ਇਹੋ ਹੀ ਆ। ਉਹਦੇ ਹੱਥ ਆ ਨਾ। ਜੇ ਕੋਈ ਪੁੱਛਦਾ ਤਾਂ ਪੜ੍ਹ ਕੇ ਸੁਣਾ ਦਿੰਦਾ। ਲਾਲ ਕਿਤਾਬ ਬੋਲੇ ਯੂੰ, ਤੇਲੀ ਬਲਦ ਪੜਾਇਆ ਕਿਉਂ। ਖਾਲ ਖਵਾਏ ਕੀਆ ਮਸਟੰਡ, ਬਲਦ ਬਦਲੇ ਬਲਦ 20 ਰੁਪਏ ਡੰਡ। ਉਹਦੀ ਮਰਜ਼ੀ ਹੈ ਨਾ, ਉਹਦੇ ਹੱਥ ਆ। ਤੋ ਆਪਣੀ ਵਿਆਖਿਆ ਵੀ ਉਹ, ਜੇ ਕੋਈ ਉਹਨੂੰ ਪੁੱਛਦਾ ਤਾਂ ਉਹ ਆਪਣੀ ਵਿਆਖਿਆ ਆਪਣੇ ਢੰਗ ਨਾਲ ਕਰਕੇ ਸੁਣਾ ਦਿੰਦਾ ਵੀ ਇਹ ਇਦਾਂ ਹੀ ਆ, ਇਹੋ ਹੀ ਹੋਣਾ ਆ। ਹਾਂਜੀ। ਤੁਰਕ ਮੰਤਰ ਕੰਨ ਹਿਰਦੈ ਸਮਾਹੇ, ਲੋਕ ਮਹਾਵੈ ਚਾੜੀ ਖਾਹੇ।
ਚਮਕਾ ਦੇਖੈ ਸੁੱਚਾ ਹੋਏ, ਐਸਾ ਹਿੰਦੂ ਦੇਖੋ ਕੋਏ। ਹਾਂ, ਆ ਵੇਖੋ, ਐਸਾ ਹਿੰਦੂ ਵੇਖੋ ਕੋਏ। ਆ ਵੇਖੋ ਹੁਣ, ਇਹ ਵੀ ਪੋਚਾ ਦੇ ਕੇ ਚਮਕਾ ਸੁੱਚਾ ਕਰ ਰਿਹਾ। ਇਹਦੇ ਵੱਲ ਵੀ ਵੇਖ ਲਿਓ। ਸਤੀ, ਕਾਜੀ ਤੇ ਤੀਜਾ ਇਹ ਭਾਈ ਵੀ ਆਇਆ। ਹਾਂਜੀ, ਜੋਗੀ ਗਿਰਹੀ ਜਟਾਂਗ ਭੂਤ, ਚੌਥਾ ਜੋਗੀ ਆ ਗਿਆ। ਚੌਥਾ ਜੋਗੀ ਆ ਗਿਆ। ਹਾਂਜੀ, ਆਗੈ ਪਾਛੈ ਰੋਵੈ ਭੂਤ। ਜੋਗੀ ਤੇ ਹੋ ਗਿਆ, ਜੋਗ ਮਤ ਤੇ ਧਾਰਨ ਕਰ ਲਿਆ, ਪਰ ਆਗੇ ਪਾਛੇ ਰੋਵੇਂ ਪੂਤ। ਧੀਆਂ ਪੁੱਤ ਰੋਂਦੇ ਫਿਰਦੇ ਆ। ਆਪ ਤਾਂ ਕੰਨ ਪੜਵਾ ਕੇ ਸਵਾਹ ਮਲ ਕੇ ਜੋਗੀ ਬਣ ਗਿਆ, ਆਪ ਤਾਂ ਕਰ ਰਿਹਾ ਤਪੱਸਿਆ, ਘਰੇ ਰੋਟੀ ਨਹੀਂ ਪੱਕਦੀ। ਹਾਂਜੀ, ਜੋਗ ਨ ਪਾਇਆ ਜੁਗਤ ਗਵਾਈ। ਇਹਨੇ ਜੋਗ ਮਿਲਾਪ ਵੀ ਨਹੀਂ ਪ੍ਰਾਪਤ ਕੀਤਾ, ਤੇ ਜੁਗਤੀ ਜਿਹੜੀ ਗ੍ਰਸਤੀ ਜੀਵਨ ਵਾਲੀ ਜੁਗਤੀ ਸੀ, ਰਹਿਣ ਸਹਿਣ ਵਾਲੀ ਘਰ ਪਰਿਵਾਰ 'ਚ, ਉਹ ਜੁਗਤੀ ਵੀ ਗਵਾ ਬੈਠਾ। ਕਿਤ ਕਾਰਨ ਸਿਰ ਛਾਈ ਪਾਈ। ਮਹਾਰਾਜ ਪੁੱਛਦੇ ਆ, ਕਿਤ ਕਾਰਨ, ਕਿਸ ਵਾਸਤੇ ਸਵਾਹ ਪਾਈ ਆ ਸਿਰ 'ਚ, ਦੱਸ। ਧੀਆਂ ਪੁੱਤਰ ਪਰਿਵਾਰ ਵੀ ਛੱਡਿਆ, ਜੋਗ ਮਿਲਾਪ ਵੀ ਨਹੀਂ ਹੋਇਆ, ਕਾਹਦੇ ਵਾਸਤੇ ਸਵਾਹ ਪਾਈ ਆ ਸਿਰ 'ਚ? ਸਵਾਹ ਕਾਹਦੇ ਵਾਸਤੇ ਪਾਈ ਆ ਸਿਰ 'ਚ? ਹੁਣ ਆਪਾਂ ਜਦੋਂ ਸਿੱਧ ਗੋਸ਼ਟ ਪੜ੍ਹਦੇ ਹਾਂ, ਬਹੁਤ ਕੁਝ ਸਾਨੂੰ ਸਿੱਧ ਗੋਸ਼ਟ ਵਿੱਚੋਂ, ਗੁਰੂ ਸਾਹਿਬ ਦੀ ਵਿਚਾਰ ਚਰਚਾ ਚੋਂ ਮਿਲਦਾ ਆ। ਬਹੁਤ ਕੁਝ ਸਾਨੂੰ ਜਿਹੜਾ ਇਤਿਹਾਸਕ ਤੌਰ ਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਦੀਆਂ ਪੌੜੀਆਂ ਵਾਰਾਂ ਚੋਂ ਮਿਲ ਜਾਂਦਾ ਆ। ਪਹਿਲੀ ਵਾਰ ਪੜ੍ਹ ਕੇ ਦੇਖੋ, ਜਦੋਂ ਗੁਰੂ ਨਾਨਕ ਸਾਹਿਬ ਨੇ ਸਿੱਧਾਂ ਨਾਲ ਗੋਸ਼ਟੀਆਂ ਕੀਤੀਆਂ ਤਾਂ ਕਿਹੜੇ ਹਾਲਾਤ, ਕਿੱਦਾਂ ਦੀ ਗੱਲਬਾਤ ਹੋਈ, ਪੜ੍ਹਿਓ ਜ਼ਰੂਰ। ਔਰ ਸਤਿਗੁਰੂ ਮਹਾਰਾਜ ਆਪਣੇ ਵੱਖ-ਵੱਖ ਸ਼ਲੋਕਾਂ ਦੇ ਅੰਦਰ, ਵੱਖ-ਵੱਖ ਥਾਵਾਂ ਦੇ ਉੱਤੇ ਇਦਾਂ ਦੇ ਬਹੁਤ ਸਵਾਲ ਕੀਤੇ। ਇੱਕ ਸ਼ਬਦ ਤਾਂ ਤੁਹਾਨੂੰ ਯਾਦ ਹੋਏਗਾ, ਸ੍ਰੀਨਗਰ ਵਾਲਿਆਂ ਦਾ ਪੜਿਆ ਹੋਇਆ ਸ਼ਬਦ ਆ, ਗੱਲੀ ਜੋਗ ਨਾ ਹੋਈ। ਉਹ ਤਾਂ ਬਹੁਤ ਆਪਾਂ ਸੁਣਿਆ, ਕਈਆਂ ਨੂੰ ਯਾਦ ਵੀ ਹੋਣਾ ਨਾ। ਤਾਂ ਮਹਾਰਾਜ ਨੇ ਉਹਦੀ ਕੱਲੀ ਕੱਲੀ ਗੱਲ ਲੈ ਕੇ ਫਿਰ ਕਿਹਾ, ਜੋਗ ਨਾ ਖਿੰਥਾ, ਜੋਗ ਨਾ ਡੰਡਾ, ਜੋਗ ਨਾ ਭਸਮ ਚੜਾਈ ਹੈ। ਜੋਗ, ਜੋਗ ਦਾ ਅਰਥ ਹੈ ਮਿਲਾਪ। ਇਦਾਂ ਵੀ ਮਿਲਾਪ ਨਹੀਂ, ਇਦਾਂ ਵੀ ਨਹੀਂ, ਇਦਾਂ ਵੀ ਨਹੀਂ, ਇਦਾਂ ਵੀ ਨਹੀਂ, ਗੱਲੀ ਜੋਗ ਨਾ ਹੋਈ। ਗੱਲਾਂ ਨਾਲ ਥੋੜਾ ਜੋਗ ਹੋ ਜਾਣਾ ਹੈ। ਤੇ ਉਹ ਸ਼ਬਦ ਸਾਨੂੰ ਆਪਣੇ ਤੇ ਵੀ ਟੁਕਾ ਕੇ ਦੇਖਣਾ ਚਾਹੀਦਾ। ਠੀਕ ਹੈ ਨਾ ਜੀ? ਸ਼ਬਦ ਵਾਲੇ ਉਸ ਸ਼ੀਸ਼ੇ 'ਚ ਸਾਨੂੰ ਆਪਣਾ ਆਪ ਵੀ ਦੇਖਣਾ ਚਾਹੀਦਾ ਆ। ਕਿਤ ਕਾਰਨ ਸਿਰ ਛਾਈ ਪਾਈ, ਸਵਾਹ ਕਿਉਂ ਪਾਈ ਹੈ ਸਿਰ 'ਚ, ਦੱਸ। ਮਿਲਾਪ ਲਈ? ਉਹ ਤਾਂ ਹੋਇਆ ਨਹੀਂ। ਰੱਬ ਬਾਰੇ ਤੈਨੂੰ ਕੱਖ ਵੀ ਨਹੀਂ ਪਤਾ, ਤੇ ਘਰ ਪਰਿਵਾਰ ਉਹ ਵੀ ਛੱਡ ਦਿੱਤਾ। ਕਮਾਲ ਆ, ਸਵਾਹ ਸਿਰ 'ਚ ਪਾ ਲਈ ਆ, ਪਤਾ ਕੱਖ ਵੀ ਨਹੀਂ। ਹਾਂਜੀ, ਨਾਨਕ ਕਲ ਕਾ ਇਹ ਪ੍ਰਵਾਨ, ਆਪੇ ਆਖਣ ਆਪੇ ਜਾਣ। ਤੁਸੀਂ ਸ਼ੁਰੂ ਕਰਿਓ ਹੁਣ। ਮਹਿਲਾ ਪਹਿਲਾ ਹਿੰਦੂ ਹੈ ਕਰ ਹਿੰਦੂ ਆਵੇ, ਸੂਤ ਜਨੇਊ ਪੜ ਕਰ ਪਾਵੇ। ਥੋੜਾ ਉੱਚੀ। ਸੂਤ ਪਾਏ ਕਰੇ ਬੁਰਿਆਈ, ਨਾਤਾ ਤੋਤਾ ਆਏ ਨਾ ਪਾਈ। ਠੀਕ ਹੈ ਜੀ। ਹਿੰਦੂ ਕੈ ਘਰ ਹਿੰਦੂ ਆਵੇ, ਸੂਤ ਜਨੇਊ ਪੜ ਗਲ ਪਾਵੇ। ਸੂਤ ਜਨੇਊ ਪੜ ਗਲ ਪਾਵੇ। ਸੂਤ ਪਾਏ, ਜਨੇਊ ਪਾ ਕੇ, ਕਰੇ ਬੁਰਿਆਈ, ਨਾਤਾ ਧੋਤਾ ਥਾਂ ਨਾ ਪਾਈ। ਇਹ ਨਾਤਾ ਧੋਤਾ ਵੀ ਥਾਂ ਨਹੀਂ ਪੈਣਾ। ਇਹ ਨਹੀਂ ਪ੍ਰਵਾਨ ਹੋਣਾ। ਤਾਂ ਵਿਚਾਰੇ ਦਾ ਹੁਣ ਨਾਤਾ ਧੋਤਾ ਰਹਿ ਗਿਆ ਨਾ ਉਦਾਂ ਹੀ। ਬੜੇ ਧਿਆਨ ਨਾਲ ਸੁਣਿਓ।
ਇਹਦੇ 'ਚ ਕੋਈ ਸ਼ੱਕ ਨਹੀਂ, ਅਸੀਂ ਕਿਸੇ ਦਾ ਨਾ ਦਿਲ ਦਿਖਾਉਂਦੇ ਆ, ਨਾ ਅਸੀਂ ਕਿਸੇ ਦੇ ਵਿਰੋਧ ਵਿੱਚ ਆ, ਪਰ ਜੋ ਸੱਚਾਈ ਆ ਉਹ ਤਾਂ ਮੂੰਹ ਨਹੀਂ ਫੇਰਿਆ ਜਾ ਸਕਦਾ। ਆ ਗੱਲਾਂ ਹੁਣ ਸਾਨੂੰ ਪਤਾ ਹੋਣ ਤਾਂ ਫੇਰ ਹੀ ਆ ਨਾ। ਹਾਂਜੀ, ਆਪਾਂ ਪਾਠ ਕਰੀਏ। ਹਾਂਜੀ। ਮੁਸਲਮਾਨ ਕਰੇ ਵਡਿਆਈ, ਬਿਨ ਗੁਰ ਪੀਰੈ ਕੋਠਾ ਨ ਪਾਈ। ਰਾਗ ਸਾਈ ਕੋਠਾ ਪੂਜਾਏ, करणी बाजों पिस्त न पाए। जोगी कह कर जुगत दसाई, तित कारण तन मुंद्रा पाई। मुंद्रा पाए फिर संसार, जिथै तिथै सिरजनहार। जेते जी पेटे वाटा, चीरी आई तिल न काई। इत्थै जाने सो जाए सियाणे, होर फक्कड़ हिंदू मुसलमान। सबना का दर ले, सबना का दर लेखा होए। ठीक है। करनी बाजों तरह न होए, सच्चो सच बखाने कोए। नानक अगे कुछ न होए पौड़ी, हर का मंदिर आखिया काया कोट गढ़। अंदर लाल जवेदरी, गुरमुख हर नाम पढ़। हर का मंदिर शरीर अत सोहना, हर हर नाम दृढ़। मन मुख आप खुआयन, माया मोह नित कड़। सबना साहिब एक है, पूरा भाग पाया जाई। श्लोक मैला पहला, ना सत दुखिया, ना सत दुखिया, ना सत सुखिया। ना सत पानी जंत फिरे फिरे, ना सत मुंड मुंडाई केसी। ना सत पड़िया देश फिरै। ਹਾਂਜੀ, ਨਾ ਸਤ ਦਾ ਅਰਥ ਜਿਹੜਾ ਹੈ ਉਹ ਹੈ ਸਿੱਧੀ ਤੇ ਵਡਿਆਈ ਨਹੀਂ ਹੈ। ਸਿੱਧੀ ਤੇ ਵਡਿਆਈ ਨਹੀਂ ਹੈ। ਇਸ ਤਰੀਕੇ ਨਾਲ ਆ ਸਾਰੇ ਕੰਮ ਕੀਤੇ ਆ, ਸਿੱਧੀ ਤੇ ਵਡਿਆਈ ਨਹੀਂ ਹੈ। ਇਹਨਾਂ ਨਾਲ ਨਾ ਪਰਮੇਸ਼ਰ ਨਾਲ ਮਿਲਾਪ ਹੁੰਦਾ ਹੈ, ਨਾ ਬੰਦਾ ਧਰਮੀ ਬਣਦਾ। ਜੇ ਕੰਮ ਕੀਤੇ ਜਾਣ ਤਾਂ ਕੋਈ ਫਰਕ ਨਹੀਂ ਪੈਂਦਾ। ਜਿਵੇਂ ਮਹਾਰਾਜ ਨੇ ਕਿਹਾ, ਨਾ ਸਤ ਦੁਖੀਆ, ਨਾ ਸਤ ਸੁਖੀਆ, ਨਾ ਸਤ ਪਾਣੀ ਜੰਤ ਫਿਰੈ। ਜਿਵੇਂ ਜੀਵ ਜੰਤੂ ਪਾਣੀ 'ਚ ਰਹਿੰਦੇ ਆ ਤੇ ਪਾਣੀ 'ਚ ਫਿਰਦੇ ਆ ਨਾ, ਜੇ ਬੰਦਾ ਇਦਾਂ ਪਾਣੀ ਦੇ ਵਿੱਚ ਰਵੇ ਤੇ ਪਾਣੀ 'ਚ ਫਿਰੇ, ਪਾਣੀ 'ਚ ਘੁੰਮੇ, ਇਹਦੇ ਨਾਲ ਵੀ ਨਾ ਕੋਈ ਸਿੱਧੀ ਤੇ ਨਾ ਵਡਿਆਈ, ਕੁਛ ਨਹੀਂ ਫਰਕ ਪੈਂਦਾ, ਕੁਛ ਨਹੀਂ ਹੋਣ ਲੱਗਿਆ। ਜੇ ਦੁਖੀਆ ਦੁਖੀ ਹੋਇਆ ਫਿਰੇ, ਦੁੱਖ ਦਿੰਦਾ ਰਵੇ ਸਰੀਰ ਨੂੰ, ਤਾਂ ਵੀ ਕੋਈ ਫਰਕ ਨਹੀਂ ਪੈਂਦਾ। ਜੇ ਅੱਤ ਦੇ ਸੁੱਖ ਧਾਰਨ ਕਰ ਲਵੇ ਤਾਂ ਵੀ ਕੋਈ ਫਰਕ ਨਹੀਂ ਪੈਂਦਾ। ਇਹਨਾਂ ਗੱਲਾਂ 'ਚ ਕੁਛ ਨਹੀਂ ਹੈਗਾ। ਹਾਂਜੀ। ਨਾ ਸਤ ਰੁਖੀ ਬਿਰਖੀ ਪੱਥਰ, ਆਪ ਪਛਾਵੈ ਦੁਖ ਸਹੈ। ਹਾਂ, ਜਿਵੇਂ ਰੁੱਖ ਪੱਥਰ ਆਪਣੇ ਆਪ ਨੂੰ ਪਛਾਉਂਦੇ ਆ, ਭਾਵ ਉਹਨਾਂ ਨੂੰ ਛਿੱਲਿਆ ਜਾਂਦਾ ਆ, ਘੜਿਆ ਜਾਂਦਾ ਆ, ਤੋੜ ਦਿੱਤਾ ਜਾਂਦਾ ਆ, ਵੱਢ ਦਿੱਤਾ ਜਾਂਦਾ ਆ। ਕਹਿੰਦੇ ਜੇ ਪੱਥਰਾਂ ਬਿਰਖਾਂ ਵਾਂਗੂ ਆਪਣੇ ਆਪ ਨੂੰ ਵਢਾ ਤੁੜਵਾ ਵੀ ਲਿਆ ਜਾਏ, ਛਿਲਵਾ ਵੀ ਲਿਆ ਜਾਏ, ਤਾਂ ਵੀ ਕੋਈ ਫਰਕ ਨਹੀਂ ਪੈਂਦਾ। ਨਾ ਸਤ ਹਸਤੀ ਬੱਤੇ ਸੰਗਲ, ਨਾ ਸਤ ਕਾਈ ਜਿਸ ਹੱਥ ਸਿੱਧ ਦੇਵੇ, ਜੇ ਸੋਈ ਤਿਸ ਨੂੰ ਦੇ ਤਿਸ ਆਏ ਮਿਲੈ। ਜਿਸ ਹੱਥ ਸਿੱਧ ਦੇਵੈ ਜੇ ਸੋਈ, ਜਿਸ ਨੂੰ ਦੇ ਤਿਸ ਆਏ ਮਿਲੈ। ਹਾਂਜੀ। ਜਿਸ ਹੱਥ ਸਿੱਧ ਦੇਵੈ ਜੇ ਸੋਈ, ਜਿਸ ਨੂੰ ਦੇ ਤਿਸ ਆਏ ਮਿਲੈ। ਨਾਨਕ ਤਾਕੋ ਮਿਲੈ ਵਡਾਈ, ਜਿਸ ਘਟ ਭੀਤਰ ਸ਼ਬਦ ਰਵੈ। ਸਭ ਘਟ ਮੇਰੇ ਹੋਂ ਸਭਨਾ ਅੰਦਰ,
जिसे खुआई तिस कौन कहे, जिसे दिखाला वाटड़ी जिसे दिखाला दिखाला जिसे दिखाला वाटड़ी तिसे पुलावे कौन, जिसे पुलाई पंध सिर जिसे पुलाई पंध सिर तिसे दिखावे कौन। वाह वाह मैला पैला सो गिरही सो निग्रह करे, जो निगरे कर करे जप तप संजम पीक्या करे, पुन दान का करे शरीर सो गिरही गंगा का नीर। वाह वाह बोले ईश्वर सप्त स्वरूप परम तंत में ਰੇਖ ਨਾ ਰੂਪ। ਇਹਨਾਂ ਲੜੀਵਾਰ ਸ਼ਲੋਕਾਂ ਦੇ ਵਿੱਚ ਆਪ ਜੀ ਨੂੰ ਦਰਸ਼ਨ ਹੋਣਗੇ ਜੀ। ਮਹਾਰਾਜ ਸੱਚੇ ਪਾਤਸ਼ਾਹ ਜੀ ਗੁਰੂ ਨਾਨਕ ਸਾਹਿਬ ਜੀ ਨੇ ਕੁਝ ਜੋਗੀਆਂ ਦੇ ਨਾਂ ਲੈ ਕੇ ਵਿਚਾਰ ਕੀਤੀ ਹੈ ਇੱਥੇ। ਇਹਨਾਂ ਸ਼ਲੋਕਾਂ ਦੇ ਅੰਦਰ ਜੋਗੀਆਂ ਦੇ ਨਾਂ ਆ ਰਹੇ ਆ। ਜਿਵੇਂ ਪਹਿਲਾ ਹੀ ਸ਼ਲੋਕ ਅਸੀਂ ਇਹ ਜਿਹੜਾ ਪੜ੍ਹ ਰਹੇ ਹਾਂ, ਜਿੱਥੇ ਹੁਣ ਪਾਠ ਆਪਾਂ ਕਰ ਰਹੇ ਹਾਂ, ਇੱਥੇ ਆਇਆ ਬੋਲੇ ਈਸ਼ਰ ਸਤ ਸਰੂਪ। ਤੋ ਕੁਛ ਇੱਦਾਂ ਵੀ ਮਿਲਦਾ ਆ ਆਪਾਂ ਨੂੰ ਕਿ ਗੁਰੂ ਨਾਨਕ ਸਾਹਿਬ ਜਦੋਂ ਆਪ ਜੀ ਨੂੰ ਯਾਦ ਹੋਏਗਾ 3 ਵਾਰ ਗੋਸ਼ਟੀ ਹੋਈ ਜੋਗੀਆਂ ਦੇ ਨਾਲ, ਜਿਹੜੀ ਕਿ ਲਿਖਤ ਵਿੱਚ ਆ। ਸੁਮੇਰ ਪਰਬਤ ਤੇ, ਦੂਜੀ ਵਾਰੀ ਗੋਰਖ ਮਤੇ ਜਿਹਨੂੰ ਅੱਜ ਅਸੀਂ ਨਾਨਕ ਮਤਾ ਕਹਿੰਦੇ ਉੱਤਰਾਖੰਡ ਦੇ ਵਿੱਚ, ਔਰ ਤੀਜੀ ਵਾਰ ਇਧਰ ਅਚਲ ਬਟਾਲੇ, ਤੀਜੀ ਵਾਰ ਇੱਥੇ ਹੋਈ। ਤੋ ਬਹੁਤ ਸਾਰੇ ਜੋਗੀ ਜਿਹੜੇ ਗੁਰੂ ਸਾਹਿਬ ਨੂੰ ਇਹਨਾਂ ਥਾਵਾਂ ਤੇ ਮਿਲੇ, ਕਿਉਂਕਿ ਉਹ ਤੁਰਦੇ ਫਿਰਦੇ ਰਹਿੰਦੇ ਸੀਗੇ। ਇਹ ਜੋਗੀ ਕਰਤਾਰਪੁਰ ਜਿੱਥੇ ਮਹਾਰਾਜ ਰਹਿੰਦੇ ਸੀਗੇ, ਜਿੱਥੇ ਸਤਿਗੁਰੂ ਜੀ ਕਰਤਾਰਪੁਰ ਜੋਤੀ ਜੋਤ ਸਮਾਏ ਜਿਹੜਾ ਪਾਕਿਸਤਾਨ ਵਿੱਚ ਹੈ, ਇਹ ਬਹੁਤ ਸਾਰੇ ਜੋਗੀ ਫਿਰ ਉੱਥੇ ਆ ਕੇ ਗੁਰੂ ਸਾਹਿਬ ਨੂੰ ਵੀ ਮਿਲਦੇ ਰਹੇ। ਔਰ ਇੱਥੋਂ ਤੱਕ ਕਿ ਗੁਰੂ ਨਾਨਕ ਸਾਹਿਬ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ 1539 ਤੋਂ ਬਾਅਦ ਇਹਨਾਂ ਬਹੁਤ ਸਾਰੇ ਜੋਗੀਆਂ ਦੇ ਵਿੱਚੋਂ ਬਹੁਤ ਸਾਰੇ ਉਹ ਵੀ ਜੋਗੀ ਸੀ ਜਿਹੜੇ ਖਡੂਰ ਸਾਹਿਬ ਗੁਰੂ ਅੰਗਦ ਸਾਹਿਬ ਦੇ ਕੋਲ ਵੀ ਆਉਂਦੇ ਰਹੇ। ਯਕੀਨਨ ਜੋ ਗੁਰੂ ਨਾਨਕ ਸਾਹਿਬ ਨੇ 3 ਵਾਰੀ ਚਰਚਾ ਕੀਤੀ, ਉਹ 3 ਵਾਰੀ ਚਰਚਾ ਦੇ ਵਿੱਚੋਂ ਬਹੁਤ ਸਾਰੇ ਜੋਗੀ ਜਿਹੜੇ ਆ ਉਹ ਇਸ ਗੱਲ ਨੂੰ ਪ੍ਰਵਾਨ ਕਰਦੇ ਸੀ। ਔਰ ਭਾਈ ਗੁਰਦਾਸ ਦੇ ਉਹ ਬੋਲ ਜਿਹੜੇ ਆ ਉਹ ਜ਼ਰੂਰ ਯਾਦ ਵਿੱਚ ਰੱਖੀਏ, ਸਿੱਧ ਬੋਲਣ ਸ਼ੁਭ ਬਚਨ ਧੰਨ ਨਾਨਕ ਤੇਰੀ ਵੱਡੀ ਕਮਾਈ। ਉਹ ਜਿਹੜੇ ਧੰਨ ਨਾਨਕ ਤੇਰੀ ਵੱਡੀ ਕਮਾਈ ਵਾਲੇ ਸੀ ਨਾ, ਉਹ ਗੁਰੂ ਨਾਨਕ ਜੀ ਦੇ ਮਗਰ ਮਗਰ ਇੱਥੋਂ ਤੱਕ ਆਉਂਦੇ ਰਹੇ। ਉਹ ਖਡੂਰ ਸਾਹਿਬ ਵੀ ਆਉਂਦੇ ਰਹੇ। ਔਰ ਯਕੀਨਨ ਜੇ ਅਸੀਂ ਧਿਆਨ ਨਾਲ ਪੜਾਂਗੇ ਤਾਂ ਸਾਨੂੰ ਲੱਭ ਜਾਏਗਾ ਕਿ ਉਹਨਾਂ ਵਿੱਚੋਂ ਬਹੁਤ ਜਾਂ ਉਹਨਾਂ ਦੇ ਅੱਗੋਂ ਜਿਹੜੇ ਹੋਰ ਚੇਲੇ ਛਿੱਛ ਹੋਏ, ਉਹ ਗੁਰੂ ਅਮਰਦਾਸ, ਗੁਰੂ ਰਾਮਦਾਸ ਜੀ, ਗੁਰੂ ਅਰਜਨ ਸਾਹਿਬ ਜੀ ਦੇ ਤੱਕ ਵੀ ਉੱਥੇ ਆਉਂਦੇ ਰਹੇ ਹੋਣਗੇ। ਤਾਂ ਗੁਰੂ ਅੰਗਦ ਸਾਹਿਬ ਤੱਕ ਤਾਂ ਆਪਾਂ ਨੂੰ ਮਿਲਦਾ ਹੈ ਕਿ ਇਹ ਜੋਗੀ ਉੱਥੇ ਤੱਕ ਆਉਂਦੇ ਰਹੇ। ਤਾਂ ਇਹਦੇ 'ਚ ਸ਼ਲੋਕਾਂ ਦੇ ਵਿੱਚ ਪਹਿਲਾ ਨਾਂ ਆ ਰਿਹਾ ਜੀ ਈਸ਼ਰ। ਹਾਂਜੀ। मैला पहला सो अधूती जो तू आप पिख्या भोजन करे संताप, औ हठ पटन में पिख्या करे सो अधूती शिवपुर चढ़ाए, बोले गोरख सत स्वरूप परम तंत में रेख न रूप। ਹਾਂਜੀ। मैला पहला सो उदासी जे पाले उदास, अर्ध उर्ध करे निरंजन वास, ਅਰਧ ਉਰਧ अर्ध उर्ध करे निरंजन वास। ਹਾਂ चांद सूरज की पाए गंध, तिस उदासी का पड़े न कंध, बोले बेटी चंद सत स्वरूप ਵਾਹ ਵਾਹ परम तंत में रेख न रूप। मैला पहला सो पाखंडी जे काया पखाले, काया की अगन ब्रह्म पर जाले, सुपने बिंद ਸੁਪਨੇ सुपने बिंद नदी चरना,
तिस पाखंडी जरा न मरना बोले चरपट सत स्वरूप परम तंत्र में रेख न रूप मैला पहला सो बैरागी। ਸਿੱਧ ਗੋਸ਼ਟ ਵਿੱਚ ਵੀ ਇਹ ਚਰਪਟ ਦਾ ਨਾਂ ਜਿਹੜਾ ਜੀ ਆਪਾਂ ਨੂੰ ਮਿਲਦਾ ਆ। ਚਰਪਟ ਬੋਲੇ ਔਦੂ ਨਾਨਕ ਦੇਹ ਸੱਚਾ ਵਿਚਾਰੋ। ਹਾਂਜੀ। मैला पहला सो बैरागी जे उल्टे ब्रह्म गगन मंडल में रोपे थम अहनस अंतर रह ध्यान ते बैरागी सत समान बोले परथर सत स्वरूप परम तंत्र में रेख न रूप। ਹਾਂ, ਭਰਥਰੀ ਜੋਗੀ ਦਾ ਆਪ ਜੀ ਪਾਠ ਕਰਦੇ ਆ ਆਸਾ ਰਾਗ ਚ ਵੇਖਿਆ ਹੋਵੇਗਾ। ਦੋ ਸ਼ਬਦ ਮਹਾਰਾਜ ਨੇ, ਜਿਵੇਂ ਇੱਕ ਸ਼ਬਦ ਆਪਣੇ ਗੁੜ ਕਰ ਗਿਆਨ ਧਿਆਨ ਕਰਤਾ ਵੇ ਵਾਲਾ, ਇੱਕ ਉਹਦੇ ਨਾਲ ਦਾ ਹੀ ਹੋਰ ਸ਼ਬਦ ਜਿਹੜਾ, ਇਹ ਦੋਵੇਂ ਸ਼ਬਦ ਮਹਾਰਾਜ ਨੇ ਭਰਥਰੀ ਜੋਗੀ ਨੂੰ ਸੰਬੋਧਨ ਕਰਕੇ ਉੱਥੇ ਉਚਾਰਨ ਕੀਤੇ। ਕਹੋ ਨਾਨਕ ਸੁਣ ਭਰਥਰ ਜੋਗੀ ਖੀਵਾ ਅੰਮ੍ਰਿਤ ਤਾਰੇ। तो ਇੱਥੇ ਵੀ ਇਹਦਾ ਭਰਥਰੀ ਦਾ ਜ਼ਿਕਰ ਆ ਰਿਹਾ। मैला पहला क्यों मरै मंदा क्यों जीवै जुगत कान पड़ाए क्या खाजे भुगत आसत नासत एको नाम कौन सो अक्कर जित रहे दिया धूप छाम जे सम कर सह तान नानक आखै गुर को कहे छेवर तारे बर्तन कूट ना संसारी ना हो धूत निरंकार जो मर रह समाए काहे पीखिया मंगन जाए पौड़ी हर मंदिर सोई आखिए जिथों हर जाता मानस दे गुरबचनी पाया सब आत्म राम पछाता बाहर मूल न खोजिए कर में विधाता कर्माए विधाता मन मुख हर मंदिर की सार न जाननी तिमी जन्म गवाता वाह वाह। सब में एक वर्तता गुर शब्दी पाया जाई श्लोक मैला तीजा मूर्ख होवे सो सुने मूर्ख का कहना मूर्ख के क्या लक्षण है क्या मूर्ख का करना मूर्ख होवे सो सुने मूर्ख का कहना। ਮੂਰਖ ਹੀ ਮੂਰਖ ਦੇ ਆਖੇ ਲੱਗ ਸਕਦਾ ਨਾ, ਸਿਆਣਾ ਮੂਰਖ ਦੇ ਆਖੇ ਕਿਉਂ ਲੱਗੇ? ਸੁਜਾਖਾ ਬੰਦਾ ਜਿਹਨੂੰ ਅੱਖਾਂ ਤੋਂ ਦਿਖਾਈ ਦਿੰਦਾ ਉਹ ਅੰਨੇ ਦੇ ਆਖੇ ਕਿਉਂ ਲੱਗੇ? ਉਹ ਅੰਨੇ ਨੂੰ ਰਾਹ ਪੁੱਛ ਕੇ ਥੋੜਾ ਚੱਲੂਗਾ। ਮੂਰਖ ਹੋਵੇ ਸੋ ਸੁਣੇ ਮੂਰਖ ਕਾ ਕਹਿਣਾ। ਠੀਕ ਹੈ ਜੀ। ਸ਼ਾਇਦ ਤੁਹਾਡੇ ਯਾਦ ਹੋਣਾ ਮੀਡੀਆ 'ਚ ਕਾਫੀ ਚਰਚਾ ਰਹੀ, ਇੱਕ ਨਲਕਾ ਪਾਣੀ ਕੱਢ ਰਿਹਾ, ਹੈਂਡ ਪੰਪ। ਚਰਚਾ ਚੱਲ ਪਈ, ਜਿਹੜਾ ਇਸ ਨਲਕੇ ਦਾ ਪਾਣੀ ਪੀ ਲੈਂਦਾ ਉਹਦੇ ਸਾਰੇ ਦੁੱਖ ਸਾਰੀਆਂ ਬਿਮਾਰੀਆਂ ਕੱਟੀਆਂ ਜਾਂਦੀਆਂ। ਲਾਈਨਾਂ ਲੱਗ ਗਈਆਂ ਜੀ ਉੱਥੇ। ਮੂਰਖ ਹੋਵੇ ਸੋ ਸੁਣੇ ਮੂਰਖ ਕਾ ਕਹਿਣਾ। ਦੂਜੀ ਘਟਨਾ ਤੁਹਾਨੂੰ ਯਾਦ ਹੋਏਗੀ। ਫਿਰ ਉੱਥੇ ਉਹ ਵਣ ਵਿਭਾਗ ਵਾਲੇ ਗਏ, ਸਰਕਾਰੀ ਬੰਦੇ, ਉਹਨਾਂ ਨੇ ਜਾ ਕੇ ਪੜਤਾਲ ਕੀਤੀ। ਫਿਰ ਪਤਾ ਲੱਗਾ ਕੀ ਹੈ, ਸੜਕ ਦੇ ਉੱਤੇ ਰੁੱਖਾਂ ਦੇ ਵਿੱਚੋਂ ਅਖੇ ਅੰਮ੍ਰਿਤ ਕਿਰ ਰਿਹਾ।
ਉਹ ਅੰਮ੍ਰਿਤ ਜਿਹਦੇ ਉੱਤੇ ਡਿੱਗ ਰਿਹਾ ਜਾਂ ਜਿਹਦੇ ਮੂੰਹ 'ਚ ਪੈਂਦਾ ਵਾ, ਜਿਹਨੂੰ ਪ੍ਰਾਪਤ ਹੋ ਰਿਹਾ ਨਾ, ਉਹ ਕਮਾਲ ਹੋ ਰਹੀ ਹੈ ਵੀ ਉਹਨਾਂ ਦੇ ਵੀ ਦੁੱਖ ਤਕਲੀਫਾਂ ਕੱਟੀਆਂ ਜਾ ਰਹੀਆਂ। ਉਹ ਕਾਫੀ ਦਿਨ ਝਮੇਲਾ ਪਿਆ ਰਿਹਾ, ਗੱਲ ਅੱਗੇ ਤੋਂ ਅੱਗੇ ਤੁਰੀ। ਜਿੰਨਾ ਕਿ ਸਾਡਾ ਸਰਕਾਰੀ ਸਿਸਟਮ ਕਈ ਵਾਰੀ ਢਿੱਲਾ ਹੀ ਚੱਲਦਾ ਆ, ਉਹ 2-3 ਦਿਨਾਂ ਬਾਅਦ ਸਰਕਾਰੀ ਅਧਿਕਾਰੀ ਉੱਥੇ ਗਏ, ਉਹਨਾਂ ਨੇ ਜਾ ਕੇ ਵੇਖਿਆ, ਪੜਤਾਲ ਕੀਤੀ, ਤਾਂ ਕੀ ਹੈ ਕਿ ਬਰੀਕ ਕੀੜੇ ਉਹਨਾਂ ਰੁੱਖਾਂ ਦੇ ਉੱਤੇ ਆ, ਉਹ ਪੱਤਿਆਂ ਨੂੰ ਖਾ ਰਹੇ ਆ। ਪੱਤਿਆਂ ਨੂੰ ਖਾ ਕੇ ਜੋ ਮਲ ਮੂਤਰ ਕਰ ਰਹੇ ਆ, ਉਹਨੂੰ ਇਹ ਲੋਕ ਖਾ ਪੀ ਤੇ ਚੱਟ ਰਹੇ ਆ ਤੇ ਕੱਪੜਿਆਂ ਤੇ ਪਵਾ ਰਹੇ ਆ। ਮੂਰਖ ਹੋਵੇ, ਇੱਕ ਦੇ ਉੱਤੇ ਡਿੱਗਾ, ਬਾਕੀਆਂ ਨੂੰ ਰੌਲਾ ਪੈ ਗਿਆ, ਬਾਕੀ ਵੀ ਅਸੀਂ ਨਾ ਰਹਿ ਜਾਈਏ ਕਿਤੇ। ਇੱਕ ਬਟਾਲੇ ਵਾਲੇ ਪਾਸਿਓਂ ਤੁਹਾਨੂੰ ਪਤਾ ਲੱਗਾ ਹੋਣਾ, ਉੱਥੇ ਵੀ ਲਾਈਨਾਂ ਲੱਗ ਜਾਂਦੀਆਂ। ਕੀ ਹੈ, ਬਾਬਾ ਜੀ ਇੱਕ ਚਮਚਾ ਖੀਰ ਦਾ ਦਿੰਦੇ ਆ ਤੇ ਸਾਰੇ ਦੁੱਖ ਤਕਲੀਫਾਂ ਕੱਟ ਦਿੰਦੇ ਆ। ਖੀਰ ਦਾ ਇੱਕ ਚਮਚਾ, ਖੌਰੇ ਖੀਰ 'ਚ ਕੀ ਪਾਇਆ ਉਹਨੇ। ਔਰ ਇੱਕ ਚਮਚਾ ਖੀਰ ਦਾ ਵਿਕਦਾ ਆ, ਭੇਟਾ ਦੇ ਤੌਰ ਤੇ ਲੋਕ ਪੈਸੇ ਦੇਈ ਜਾਂਦੇ ਆ। ਮੂਰਖ ਹੋਵੇ ਸੋ ਸੁਣੇ, ਮੂਰਖ ਕਾ ਕਹਿਣਾ। ਇੱਕ ਟੀਵੀ ਦੇ ਉੱਤੇ ਤੁਸੀਂ ਵੇਖਦੇ ਰਹੇ ਹੋਣੇ ਆ, ਸ਼ਾਇਦ ਹੁਣ ਵੀ ਆਉਂਦਾ ਹੋਵੇ, ਵੇਖਿਆ ਨਹੀਂ ਕਦੀ ਹੋਣਾ। ਇੱਕ ਬਾਬਾ ਜੀ, ਉਹਦੇ ਸਾਹਮਣੇ ਲੋਕ ਖਲੋ ਕੇ ਕਹਿ ਰਿਹਾ, ਬਾਬਾ ਜੀ ਕਿਰਪਾ ਨਹੀਂ ਹੋ ਰਹੀ। समोसा खाया जी बाबा जी? खाया। हरी चटनी के साथ खाया कि लाल के साथ खाया? नहीं बाबा जी हरी के साथ खाया। लाल के साथ खाओ, कृपा शुरू हो जाएगी। मूर्ख होवे सो सुने। मर गए लोग समोसे खा खा के हरियां लाल चटनियां दे नाल किहड़ी किरपा हुंदी है बई? मैं तो इन्नियां कि उदाहरणा, बाकी अजे बड़ा कुछ, बहुत कुछ। इथों पानी सिर च पा लो, उथों चुली भर लो, इथों घर नूं लै जाओ। महाराज किरपा ही करे। असीं गुरु दे आखे लगीए, मूर्खां दे आखे ना ही लगीए। जे मूर्खां दे आखे लगांगे तो मूर्ख खवावांगे, गुरु दे आखे लगांगे तो सिख खवावांगे। फर्क पेगा ना जी। मूर्खां दे आखे क्यों लगीए? असीं सुणियां सुणाइयां गल्लां दे मगर क्यों तुर जाइए? नहीं ना हो सकता है। ध्यान नाल देखियो। हाँ जी, मूर्ख होवे, फिर पढ़ियो। मूर्ख होवे सो सुने मूर्ख का कहना, मूर्ख के क्या लक्षण है, क्या मूर्ख का करना। लो जी, मूर्ख दे लक्षण की है ते मूर्ख करदा की है, सुनियो। मूर्ख वो जे मुग्ध है अहंकारे मरना, वाह वाह। एक कमाणे सदा दुख, दुख ही में रहना। अत प्यारा पवै को क्यों संजम करना। अत दा प्यारा, अत दा सज्जन, नेड़े दा साथी, दोस्त, भरा, पवै खूह किह संजम करना। अत दा प्यारा खूह च डिग रहा, कोई उपराला ही नहीं। ये मूर्ख दे लक्षण है। हाँ जी। गुरमुख होए सो करे विचार, ओस अलिप तो रहना। हर नाम जपै आप धरै, ओस पिछे डुबदे भी करना। नानक जो तिस पावै सो करे, जो दे सो सहना। महाराज ने दूजा पासा भी श्लोक विच ही आख दिता, गुरमुख होए सो करे विचार। जिहड़ा गुरु दे अनुसार ही तुरन वाला है ना, वो विचार करदा। वो तुर नहीं, अखां मीट के तुर नहीं पैंदा, विचार करदा, वो समझदा आ। गुरमुख होए सो करे विचार, उस अलिप्त हो रहना, वो अलिप्त रहिंदा, ओनूं लेप नहीं लगदा। वो फटाफट उसे रंग च रंगिया नहीं जांदा, वो बचिया रहिंदा आ। हाँ जी। मेरा पहला नानक आखे आखे प्रेमना, सुनिए सिख सही। लेखा रब मुंगेसिया बैठा कड बही। तलबा पौसन आखियां, तलबा पौसन आखियां, बाकी जना रही। अजराइल
अज़राइल फरिश्ता होसी आए तई आवन जान न सुचई पीड़ी गली पड़ी कूड़ निकुटे नानका औड़क सच रही ਵਾਹ पौड़ी हर का सब शरीर है हर रव रया सब आपै हर की कीमत ना पवै किछ कहन न जापै गुर प्रसादी सालाही है हर भगती रापै सब मन तन हरिया होया अहंकार गवापै सब किछ हर का खेल है गुरमुख किसै बुझाई ਸਭ ਕਿਛ ਹਰ ਕਾ ਖੇਲ ਹੈ ਗੁਰਮੁਖ ਕਿਸੈ 부ਝਾਈ। ਵਾਹਿਗੁਰੂ ਜੀ ਕਾ ਖਾਲਸਾ